स्टेट लाइन ट्रक एंड ट्रेलर वर्जीनिया स्टेट लाइन ते लैके आए ने ट्रक एंड ट्रेलर रिपेयर शॉप इंटरस्टेट 81 दे एग्जिट 323 ऑपोजिट फ्लाइंग जे ट्रक शॉप जिथे ट्रकों की हर तरह की तसल्ली बख्श मुरम्मत की जाती है। इस दे नाल ही पार्किंग ते ऑफिस स्पेस भी है उपलब्ध। पूरी रात हफ्तावार या महीनावार पार्किंग अते ट्रक रिपेयर लई जरूर आओ। वधेरे जानकारी लई संपर्क करो 6812600050। ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ सेवावां प्रदान करते ने। सेकंड लोकेशन लॉस्ट हिल ट्रैवल सेंटर 14814 एलोम स्ट्रीट लॉस्ट हिल्स। फोन नंबर 661 797 2354। USA ਦੀ one of the biggest car dealership ਜੋ ਬੈਥਲਮ PH ਹੈ, ਇੱਥੇ ਤੁਹਾਨੂੰ ਆਪਣੀ ਮਨਪਸੰਦ ਕਨਵਰਟੇਬਲ SUV ਜਾਂ ਫਿਰ ਟਰੱਕ ਰੈਡੀ ਸਟਾਕ ਮਿਲਦਾ ਹੈ। ਇਹ ਤੁਹਾਨੂੰ ਤੁਹਾਡੀ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਕਾਰ ਚੂਜ਼ ਕਰਨ 'ਚ ਮਦਦ ਕਰਦੇ ਨੇ। ਤੁਸੀਂ ਕਾਲ ਕਰ ਸਕਦੇ ਹੋ ਦਿਲਬਾਗ ਜਿੰਮੀ ਨੂੰ 6105704200 ਜਾਂ 4848988100 ਤੇ ਜਾਂ ਇਹਨਾਂ ਦੇ ਬਿਜ਼ਨਸ ਸਟਾਰ ਆਟੋ ਮਾਲ 3439 ਬਾਥ ਪਾਈਕ ਬੈਥਲਮ PA ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਬੈਡ ਕ੍ਰੈਡਿਟ ਨੋ ਪ੍ਰੋਬਲਮ। ट्रकिंग वाले वीरो ध्यान नाल सुनो। ट्रक जिद्दां दा भी चलाउने हो, मैनुअल या ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी तीजी लोकेशन भी खोल दिया, एग्जिट 579 फ्रॉम हाईवे 401 इन नापनी। आहो जी कोई अपॉइंटमेंट नहीं, ड्राइव थ्रू फैसिलिटी। एग्जिट 579 फ्रॉम हाईवे 401 इन नापनी। क्विक ट्रक ल्यूब, द वन स्टॉप शॉप। 5196220660 या quicktrucklube.com। QTL because we care। स्टेट लाइन ट्रक एंड ट्रेलर वर्जीनिया स्टेट लाइन ते लैके आए ने ट्रक एंड ट्रेलर रिपेयर शॉप इंटरस्टेट 81 दे एग्जिट 323 ऑपोजिट फ्लाइंग जे ट्रक शॉप जिथे ट्रकों की हर तरह की तसल्ली बख्श मुरम्मत की जाती है। इस दे नाल ही पार्किंग ते ऑफिस स्पेस भी है उपलब्ध। पूरी रात हफ्तावार या महीनावार पार्किंग अते ट्रक रिपेयर लई जरूर आओ। वधेरे जानकारी लई संपर्क करो 6812600050। ਸੋ ਪ੍ਰੋਗਰਾਮ ਸ਼ਿਵਾਨਦਾਨ ਦੇ ਵਿੱਚ ਮੇਰੇ ਨਾਲ ਇਸ ਵਕਤ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰੀ ਜੁੜ ਗਏ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਢਿੱਲੋਂ ਸਾਹਿਬ, ਪੰਜਾਬੀਆਂ ਦੀ ਜੇ ਸਭ ਤੋਂ ਵੱਧ ਹੀ ਅੱਕ ਸੀਗੀ ਉਹ ਲੁਧਿਆਣੇ ਵਾਲੇ ਭਾਰਤ ਭੂਸ਼ਣ ਤੇ ਸੀ, ਕਿਉਂਕਿ ਇਹਦੀ ਬੋਲ ਬਾਣੀ, ਇਹਦਾ ਤੌਰ ਤਰੀਕਾ, ਇਹਦੀ ਝਾਕਣੀ ਸਭ ਕੁਝ ਪੰਜਾਬੀਆਂ ਨੂੰ ਖੜਕਦਾ ਸੀ। ਤੇ ਜਿਸ ਢੰਗ ਦੇ ਨਾਲ ਇਹਨੇ ਫਿਰ ਉਦੋਂ ਬਲਵਿੰਦਰ ਸੇਖੋਂ ਦੇ ਨਾਲ ਕੀਤੀ ਹੈ, ਉਹ ਸ਼ਾਇਦ ਇਹ ਬਹੁਤ ਵੱਡੇ ਟਾਰਗੇਟ ਤੇ ਆ ਗਿਆ ਸੀ। ਪਰ ਹੁਣ ਭਾਰਤ ਭੂਸ਼ਣ ਆਸ਼ੂ ਹੈ ਜਿਹੜਾ, ਇਹ ਫਿਰ ਵਿਜੀਲੈਂਸ ਦੇ ਸ਼ਿਕੰਜੇ 'ਚ ਵੀ ਆ ਗਿਆ। ਦਾਨੇਵਾਲੀਆ ਸਾਹਿਬ ਜਦੋਂ ਛੋਟੇ ਹੁੰਦੇ ਸੀ ਨਾ, ਤੇ ਮੁੱਛ-ਫੁੱਟ ਗੱਭਰੂ ਜਿਹਾ ਹੁੰਦਾ ਕੋਈ ਪਿੰਡ ਦੇ ਵਿੱਚ, ਉਹਦੇ ਹੱਥ 'ਚ ਫੜੀ ਹੁੰਦੀ ਡਾਂਗ, ਮੁੱਛਾਂ ਨੂੰ ਦਿੱਤਾ ਹੁੰਦਾ ਵੱਟ, ਤੇ ਘੁੱਟ ਲੱਗਿਆ ਹੁੰਦਾ ਦੇਸੀ ਦਾ ਹਾੜਾ, ਮੋਢਿਆਂ ਉੱਤੋਂ ਦੀ ਥੁੱਕਦਾ ਹੁੰਦਾ। ਤੇ ਫਿਰ ਕੀ ਕਹਿੰਦੇ ਹੁੰਦੇ ਸੀ ਲੋਕ? ਉਹਨੂੰ ਕਹਿੰਦੇ ਸੀ ਵਾਲੇ ਦਿਨਾਂ ਦਾ ਪ੍ਰਾਹੁਣਾ ਨਹੀਂ। ਵਾਲੇ ਦਿਨਾਂ ਦਾ ਪ੍ਰਾਹੁਣਾ ਨਹੀਂ। ਇਹ ਟੁੱਕ ਨੂੰ ਕੁੱਕ ਦੱਸਦਾ। ਜਦੋਂ ਟੁੱਕ ਨੂੰ ਕੁੱਕ ਦੱਸਣ ਲੱਗ ਜੇ ਨਾ, ਬੰਦੇ ਦੀ ਹਾਲਤ ਇਹੀ ਹੁੰਦੀ ਹੈ। ਤੁਸੀਂ ਗੱਲ ਬਲਵਿੰਦਰ ਸੇਖੋਂ ਦੀ ਕੀਤੀ ਹੈ, ਤਾਂ ਵਿਚਾਰਾ ਸਸਪੈਂਡ ਕਰਵਾਤਾ ਤੇ ਡਿਸਮਿਸ ਵੀ ਕਰਵਾਤਾ ਨੌਕਰੀ ਚੋਂ। ਇੱਕ ਹੋਰ ਹੈ ਸੁਪਰਟੈਂਡੈਂਟ ਇੰਜੀਨੀਅਰ RK ਗਰਗ, ਉਹਨੂੰ ਕਹਿੰਦਾ ਸੀ ਹਾਈ ਕੋਰਟ ਨੂੰ ਦੱਸ ਦੇ, ਮੰਤਰੀ ਨੇ ਕਿਹਾ। ਜਿਸ ਬੰਦੇ ਨੂੰ ਇਹ ਨਹੀਂ ਪਤਾ ਕਿ ਹਾਈ ਕੋਰਟ ਤੇ ਮੰਤਰੀ ਦਾ ਕੀ ਫਰਕ ਹੁੰਦਾ ਹੈ, ਤਾਂ ਉਹਨੂੰ ਉਹਦਾ ਹਾਲ ਹੋਣਾ ਹੀ ਸੀ। ਜਦੋਂ ਇਹੋ ਜਿਹੀਆਂ ਗੱਲਾਂ ਕਰਦੇ ਨੇ ਤੇ ਕਈ ਵਾਰੀ ਚੇਤੇ ਦੀ ਚੰਗੇਰ ਚੋਂ ਬੜਾ ਕੁਛ ਨਿਕਲ ਪੈਂਦਾ। ਜੀ ਜੀ। ਸਾਡੇ ਦੇਸ਼ ਦਾ ਇੱਕ ਐਕਸੀਡੈਂਟਲ ਪ੍ਰਧਾਨ ਮੰਤਰੀ ਬਣਿਆ ਸੀ। ਵੈਸੇ ਐਕਸੀਡੈਂਟਲ ਪ੍ਰਧਾਨ ਮੰਤਰੀ ਕਹਿੰਦੇ ਆ ਡਾਕਟਰ ਮਨਮੋਹਨ ਸਿੰਘ ਨੂੰ, ਪਰ ਉਹ ਦੇਵੇਗੌੜਾ ਸੀ। ਉਹ ਮਨਮੋਹਨ ਸਿੰਘ ਨਹੀਂ, ਉਹ ਸੀ ਨਰਸਿਮਹਾ ਰਾਓ। ਅੱਛਾ, ਨਰਸਿਮਹਾ ਰਾਓ ਸੀ। ਅੱਛਾ, ਮੈਂ ਦੇਵੇਗੌੜਾ ਨੂੰ ਵੀ ਨਹੀਂ, ਦੇਵੇਗੌੜਾ ਨਹੀਂ। ਦੇਵੇਗੌੜਾ ਤਾਂ ਇੱਕ ਹਾਲਾਤ ਇਹੋ ਜਿਹੇ ਬਣ ਗਏ ਸੀ ਨਾ, ਉਹਨੂੰ ਬਣਾਉਣਾ ਪਿਆ ਸੀ ਉਹਨਾਂ ਨੂੰ, ਕਿਉਂਕਿ ਕਿਸੇ ਕੋਲੇ ਵੀ ਬਹੁਮਤ ਨਹੀਂ ਸੀ।
ਨਰਸਿਮਹਾ ਰਾਓ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਇਸ ਕਰਕੇ ਹੈ ਕਿ ਉਹਨੂੰ ਕਾਂਗਰਸ ਪਾਰਟੀ ਨੇ ਰਿਟਾਇਰ ਕਰਤਾ ਸੀ। ਜੀ ਉਹ ਦਿੱਲੀ ਦੇ ਵਿੱਚੋਂ ਆਪਣਾ ਜਿਹੜਾ ਘਰ ਘਾਟ ਖਾਲੀ ਕਰਕੇ ਕਿਤਾਬਾਂ ਵਗੈਰਾ ਸਭ ਆਪਦੀ ਲਾਇਬ੍ਰੇਰੀ ਲੈ ਕੇ ਆਪਣੇ ਟਿਕਾਣੇ ਤੇ ਪਹੁੰਚ ਗਿਆ ਸੀ। ਆਰਾਮ ਨਾਲ ਜ਼ਿੰਦਗੀ ਬਤੀਤ ਕਰ ਰਿਹਾ ਸੀ। ਤੇ ਉਸੇ ਸਮੇਂ ਦੌਰਾਨ ਚੋਣਾਂ ਦਾ ਚੱਲਦਾ ਸੀ। 1991 ਦਾ ਦੌਰ ਹੈ। ਮਈ ਦਾ ਮਹੀਨਾ ਸੀ। ਜੀ ਮਈ ਸੀ ਮੇਰਾ ਖਿਆਲ। ਹਾਂ, ਰਾਜੀਵ ਗਾਂਧੀ ਮਈ ਸੀ ਕਿ ਅਗਸਤ ਸੀ। ਰਾਜੀਵ ਗਾਂਧੀ ਗਰਮੀਆਂ ਦੀ ਰੁੱਤ, ਹਾਂ ਗਰਮੀਆਂ ਦੇ ਉੱਤੇ ਰਾਜੀਵ ਗਾਂਧੀ ਗਿਆ ਸੀ ਤਾਮਿਲਨਾਡੂ ਇਲੈਕਸ਼ਨ ਕੈਂਪੇਨ ਤੇ। ਜੀ ਉਸ ਵੇਲੇ ਰਾਜੀਵ ਗਾਂਧੀ 20 ਅਗਸਤ ਆਪਣੇ ਸਮਝ ਲਓ ਵੀ 21 ਮਈ ਸੀ ਜੀ। ਮਈ ਸੀ 21 ਮਈ 20 ਅਗਸਤ ਨੂੰ ਤਾਂ ਉਹਦਾ ਬਰਥ ਹੁੰਦਾ। ਹਾਂ 21 ਮਈ ਸੀ। ਉਹ ਤਾਮਿਲਨਾਡੂ ਦੇ ਵਿੱਚ ਗਿਆ ਸੀ ਤੇ ਉੱਥੇ ਇੱਕ ਬੰਬ ਧਮਾਕੇ ਨਾਲ ਤਾਮਿਲ ਗੁਰੀਲਾ ਨੇ ਉਹਨੂੰ ਉਡਾਤਾ ਸੀ। ਜਦੋਂ ਰਾਜੀਵ ਗਾਂਧੀ ਦਾ ਕਤਲ ਹੋ ਗਿਆ, ਕਾਂਗਰਸ ਪਾਰਟੀ ਇੱਕ ਵੱਡੀ ਪਾਰਟੀ ਵਜੋਂ ਉੱਭਰ ਪਈ। ਫਿਰ ਇਹ ਗੱਲ ਆਈ ਕਿ ਕਿਹਨੂੰ ਬਣਾਈਏ ਜੀ ਪ੍ਰਧਾਨ ਮੰਤਰੀ। ਤੇ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਚਰਚਿਤ ਬੰਦੇ ਸੀ ਉਹਨਾਂ ਦੇ ਵਿੱਚ ਇੱਕ ਨਾਂ ਸੀ ਸ਼ਰਦ ਪਵਾਰ ਦਾ। ਜੀ ਸ਼ਰਦ ਪਵਾਰ ਉਦੋਂ ਕਾਂਗਰਸ ਪਾਰਟੀ 'ਚ ਹੁੰਦਾ ਸੀ। ਮੈਨੂੰ ਜਾਣਕਾਰੀ ਮਿਲੀ ਸੀ ਕਾਂਗਰਸ ਪਾਰਟੀ ਦੇ ਅੰਦਰਲੇ ਸੂਤਰਾਂ 'ਚੋਂ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਆਪਣੇ ਪਵਨ ਬਾਂਸਲ ਜੀ ਚੰਡੀਗੜ੍ਹ ਤੋਂ ਪਾਰਲੀਮੈਂਟ ਦੇ ਮੈਂਬਰ ਹੁੰਦੇ ਸੀ। ਜੀ ਤੇ ਜਦੋਂ ਪਵਨ ਬਾਂਸਲ ਹੋਰੀਆਂ ਨੂੰ ਵਜ਼ੀਰ ਨਾ ਬਣਾਇਆ ਗਿਆ, ਬਾਅਦ ਦੇ ਵਿੱਚ ਪਤਾ ਲੱਗਿਆ ਕਿ ਇਹ ਬੰਦੇ ਨੂੰ ਵਜ਼ੀਰ ਕਿਉਂ ਨਹੀਂ ਬਣਾਇਆ ਗਿਆ। ਜੀ ਉਹ ਕਹਿੰਦੇ ਵੀ ਰਾਜੀਵ ਗਾਂਧੀ ਦੇ ਮਰਨ ਤੋਂ ਬਾਅਦ ਇੱਕ ਮੀਟਿੰਗ ਕੀਤੀ ਸੀ। ਉਹ ਮੀਟਿੰਗ ਕੀਤੀ ਸੀ ਸ਼ਰਦ ਪਵਾਰ ਨੇ, ਤੇ ਸ਼ਰਦ ਪਵਾਰ ਨੇ ਜਦੋਂ ਕਹਿਤਾ ਵੀ ਆਪਾਂ ਹੁਣ ਪ੍ਰਾਈਮ ਮਿਨਿਸਟਰ ਬਣਨਾ ਹੈ ਤੇ ਆਪਣੀ ਵਾਰੀ ਆਉਣ ਵਾਲੀ ਹੈ, ਤੇ ਫਿਰ ਕਿਸੇ ਨੇ ਕਹਿ ਦਿੱਤਾ ਜੀ ਸੋਨੀਆ ਗਾਂਧੀ ਨਾਲ ਤਾਂ ਗੱਲ ਕਰ ਲਓ। ਉਹਦਾ ਕਾਹਦੀ ਖਾਤਰ? ਜੀ ਸੋਨੀਆ ਗਾਂਧੀ ਨਾਲ ਕੀ ਕਰਨੀ ਹੈ? ਲੀਡਰ ਸੀ, ਉਹ ਚਲਾ ਗਿਆ, ਰਿਹਾ ਨਹੀਂ। ਉਹ ਤੋਂ ਬਾਅਦ ਮੈਂ ਹੀ ਆ ਸਭ ਤੋਂ ਸੀਨੀਅਰ ਲੀਡਰ, ਮੈਂ ਬਣ ਜਾਣਾ ਹੈ। ਫਿਰ ਕਿਤੇ ਕਿਸੇ ਨੇ ਕਹਿਤਾ ਜੀ ਜੇ ਸੋਨੀਆ ਗਾਂਧੀ ਨਾਰਾਜ਼ ਹੋ ਗਈ, ਕਹਿੰਦਾ ਜਦੋਂ ਆਪਾਂ ਪ੍ਰਾਈਮ ਮਿਨਿਸਟਰ ਬਣ ਗਏ ਨਾ ਤੇ ਤਾਂ ਆਪਦਾ ਜਵਾਕ ਜੱਲਾ ਚੱਕੂਗੀ ਤੇ ਇਟਲੀ ਚਲੀ ਜਾਊਗੀ। ਇਹ ਗੱਲ ਲੀਕ ਹੋ ਗਈ ਕਿਉਂਕਿ ਉਸ ਮੀਟਿੰਗ ਦੇ ਵਿੱਚ ਪਵਨ ਬਾਂਸਲ ਵੀ ਸੀ। ਜੀ ਪਵਨ ਬਾਂਸਲ ਦਾ ਪੱਤਾ ਉਦੋਂ ਇਸ ਕਰਕੇ ਕੱਟਿਆ ਗਿਆ ਸੀ ਕਿ ਇਹ ਉਸ ਮੀਟਿੰਗ 'ਚ ਕਿਉਂ ਗਿਆ। ਤੇ ਫਿਰ ਸੋਨੀਆ ਗਾਂਧੀ ਨੇ ਰਾਏ ਕੀਤੀ ਅਰਜਨ ਸਿੰਘ ਤੇ ਨਰੈਣ ਦੱਤ ਤਿਵਾੜੀ ਨਾਲ ਕਿ ਹੁਣ ਕੀ ਕਰੀਏ। ਜੀ ਉਹਨਾਂ ਨੇ ਕਿਹਾ ਹੁਣ ਸਭ ਤੋਂ ਸੀਨੀਅਰ ਬੰਦਾ ਇੱਕੋ ਹੀ ਹੈ, ਉਹ ਆ ਨਰਸਿਮਹਾ ਰਾਓ, ਤੇ ਆਪਾਂ ਉਹਨੂੰ ਲੈ ਆਈਏ। ਜੀ ਤੇ ਫਿਰ ਨਰਸਿਮਹਾ ਰਾਓ ਨੂੰ ਲੈ ਕੇ ਆਂਦਾ ਸੀ। ਨਰਸਿਮਹਾ ਰਾਓ ਆ ਕੇ ਦੇਸ਼ ਦਾ ਪ੍ਰਧਾਨ ਮੰਤਰੀ ਬਣ ਗਿਆ, ਕਿਉਂਕਿ ਸਰਕਾਰ ਦੇ ਕੋਲ ਸਪਸ਼ਟ ਬਹੁਮਤ ਨਹੀਂ ਸੀਗਾ, ਵੱਡੀ ਪਾਰਟੀ ਸੀ। ਸਪਸ਼ਟ ਬਹੁਮਤ ਹਾਸਲ ਕਰਨ ਵਾਸਤੇ ਫਿਰ ਟੰਕੇ ਪੰਨੇ ਲਾਉਣੇ ਪਏ, ਤੇ ਉਹਨਾਂ ਟੰਕਿਆਂ ਪੰਨਿਆਂ ਦੇ ਵਿੱਚ ਕੁਝ ਖਰੀਦੋ ਫਰੋਖਤ ਹੋਈ ਸੀ ਪਾਰਲੀਮੈਂਟ ਦੇ ਮੈਂਬਰਾਂ ਦੀ। ਜੀ ਉਹਨਾਂ ਦੇ ਵਿੱਚ ਝਾਰਖੰਡ ਮੁਕਤੀ ਮੋਰਚਾ ਦੇ ਸ਼ਿਬੂ ਸੋਰੇਨ ਵੀ ਹੁੰਦੇ ਸੀ, ਹੁਣ ਵਾਲੇ ਮੁੱਖ ਮੰਤਰੀ ਦੇ ਪਿਤਾ ਸ਼੍ਰੀ। ਪੈਸੇ ਦੇਤੇ ਉਹਨਾਂ ਨੂੰ, ਪੈਸੇ ਮਾਂ ਦੇ ਪੁੱਤਾਂ ਨੇ ਬੈਂਕਾਂ 'ਚ ਜਮ੍ਹਾਂ ਕਰਾਤੇ। ਅੱਛਾ ਜੀ। ਸਬੂਤ ਬਣ ਗਿਆ, ਰੌਲਾ ਪੈ ਗਿਆ, ਤੇ ਉਹ ਫਿਰ ਕੇਸ ਰਜਿਸਟਰ ਹੋ ਗਿਆ ਸੀ। ਉਸ ਕੇਸ ਦੇ ਵਿੱਚ ਪੇਸ਼ੀਆਂ ਭੁਗਤਣੀਆਂ ਪਈਆਂ ਸੀ ਨਰਸਿਮਹਾ ਰਾਓ ਨੂੰ ਵੀ। ਜੀ ਹਾਂ। ਤੇ ਨਰਸਿਮਹਾ ਰਾਓ ਵਿਗਿਆਨ ਭਵਨ ਦੇ ਵਿੱਚ ਅਦਾਲਤ ਲੱਗਦੀ ਹੁੰਦੀ ਸੀ, ਜਦੋਂ ਜਾਂਦਾ ਹੁੰਦਾ ਸੀ ਇੱਕ ਵਾਰੀ, ਸ਼ਾਇਦ ਉਹਨਾਂ ਦਿਨਾਂ 'ਚ ਮੋਬਾਈਲ ਤਾਂ ਪਤਾ ਨਹੀਂ, ਮੇਰਾ ਖਿਆਲ ਸ਼ਾਇਦ ਪੇਜਰ ਹੋਣੇ, ਉਹ ਬੋਲ ਪਿਆ। ਤੇ ਮਾਨਯੋਗ ਜਿਹੜੇ ਮੈਜਿਸਟ੍ਰੇਟ ਸਾਹਿਬ ਸੀ, ਮੈਜਿਸਟ੍ਰੇਟ ਸਭ ਤੋਂ ਹੇਠਲੀ ਪੋਸਟ ਹੁੰਦੀ ਹੈ ਜੁਡੀਸ਼ਰੀ 'ਚ, ਉਹਨਾਂ ਨੇ ਵਕੀਲ ਨੂੰ ਕਿਹਾ ਨਰਸਿਮਹਾ ਰਾਓ ਦੇ ਨੂੰ ਵੀ ਆਪਣੇ ਕਲਾਇੰਟ ਨੂੰ ਸਮਝਾ ਦਿਓ ਕਿ ਅਦਾਲਤ ਦੇ ਵਿੱਚ ਸ਼ੋਰ ਸ਼ਰਾਬਾ ਨਹੀਂ ਹੁੰਦਾ, ਇਹਨੂੰ ਆਪਦੇ ਜੰਤਰ ਨੂੰ ਬਾਹਰ ਰੱਖ ਕੇ ਆਵੇ। ਇਹ ਮਤਲਬ ਤੁਸੀਂ ਦੇਖੋ ਕਿ ਇੱਕ ਤੀਜੇ ਦਰਜੇ ਦੇ ਮੈਜਿਸਟ੍ਰੇਟ ਦੀ ਅਦਾਲਤ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਵੀ ਜਾ ਕੇ ਖੜਨਾ ਪਿਆ ਸੀ। ਤੇ ਫਿਰ ਆਪਾਂ ਇਹੀ ਕਹਾਂਗੇ ਕਿ ਆਸ਼ੂ ਜੀ ਟੁੱਕ ਨੂੰ ਤਾਂ ਕੁੱਕ ਦੱਸਣ ਲੱਗੇ ਸੀ, ਜਿਹੜਾ ਕਹਿੰਦਾ ਸੀ ਹਾਈ ਕੋਰਟ ਨੂੰ ਦੱਸ, ਹਾਈ ਕੋਰਟ ਨੂੰ ਦੱਸ। ਖੈਰ ਕੱਲ ਕਾਂਗਰਸ ਪਾਰਟੀ ਨੇ ਪ੍ਰੈਸ਼ਰ ਬਣਾਇਆ। ਕਾਂਗਰਸ ਪਾਰਟੀ ਨੇ ਵਿਜੀਲੈਂਸ ਹੈੱਡਕੁਆਟਰ ਦੇ ਸਾਹਮਣੇ ਜਾ ਕੇ ਪ੍ਰੋਟੈਸਟ ਕੀਤਾ। ਕਹਿੰਦੇ ਤਾਂ ਇਹ ਸੀ ਕਿ ਜੀ ਅਸੀਂ ਮੈਮੋਰੰਡਮ ਦੇਣ ਗਏ ਸੀ ਵਰਿੰਦਰ ਕੁਮਾਰ ਹੋਰਾਂ ਨੂੰ, ਜਿਹੜੇ ਚੀਫ ਡਾਇਰੈਕਟਰ ਹੈ ਵਿਜੀਲੈਂਸ ਬਿਊਰੋ ਦੇ, ਪਰ ਕਹਿੰਦੇ ਜੀ ਉਹਨਾਂ ਨੇ ਤਾਂ ਦਰਵਾਜ਼ੇ ਬੰਦ ਕਰ ਲਏ, ਵਿਜੀਲੈਂਸ ਵਾਲੇ ਨੇ ਆਪਣੇ ਦਰਵਾਜ਼ੇ ਬੰਦ ਕਰ ਲਏ। ਫਿਰ ਕਹਿੰਦੇ ਅਸੀਂ ਕੀ ਕਰੀਏ ਜੀ, ਉੱਥੇ ਰੌਲਾ ਗੋਲਾ ਕਹਿੰਦੇ ਪਾ ਕੇ ਤੇ ਇੱਕ ਐਸਪੀ ਨੂੰ ਫੜਾਏ ਮੈਮੋਰੰਡਮ, ਕਿ ਆ ਲਓ ਜੀ ਮੈਮੋਰੰਡਮ ਦੇ ਦਿਓ। ਰਾਜਾ ਵੜਿੰਗ ਬੋਲਿਆ ਜੀ ਅਸੀਂ ਆਸ਼ੂ ਜੀ ਨੂੰ ਨਾਲ ਲੈ ਆਏ ਹਾਂ, ਇਸ਼ਾਰੇ ਕਰੀ ਗਏ, ਬਾਜਵਾ ਸਾਹਿਬ ਵੀ ਬੈਠੇ ਆ ਜੀ ਇੱਥੇ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਫਲਾਣੇ ਵੀ ਬੈਠੇ ਆ ਜੀ, ਜਿਹਨੂੰ ਲੈ ਜਾਣਾ ਲੈ ਜਾਓ। ਆਸ਼ੂ ਜੀ ਕੱਪੜੇ ਲੈ ਕੇ ਆਏ ਹੋ ਨਾਲ? ਰਾਜਾ ਵੜਿੰਗ ਹੋਰੀ ਪੁੱਛਦੇ ਆ, ਹਾਂਜੀ ਬੈਗ 'ਚ ਹੀ ਹੈ। ਅੱਛਾ। ਫਿਰ ਆਸ਼ੂ ਜੀ ਬੋਲਦੇ ਆ ਕਿ ਜੀ ਮੈਂ ਆ ਗਿਆ, ਮੈਨੂੰ ਫੜਨਾ ਤੇ ਫੜ ਲਓ, ਮੈਂ ਕਿਹੜਾ ਕੋਈ ਭੱਜਿਆ। ਪੱਤਰਕਾਰਾਂ ਨੇ ਪੁੱਛਿਆ, ਕਹਿੰਦਾ ਕਰੈਕਟਰ ਅਸੈਸੀਨੇਸ਼ਨ ਕਰ ਦਿਓ।
ਰੋਜ਼ ਹੀ ਕਹਿ ਦਿੰਦੇ ਹੋ ਹੂੰ ਬਈ ਜੀ ਇਹਦੇ ਖਿਲਾਫ ਇਹਨੂੰ ਨਾਮਜ਼ਦ ਕਰਤਾ ਕਿੱਥੇ ਕੀਤਾ ਹੈ? ਕਿੱਥੇ ਕੀਤਾ? ਐਵੇਂ ਕਹਿੰਦਾ ਯਾਰ ਤੁਸੀਂ ਕਰੀ ਜਾਂਦੇ ਹੋ। ਨਾਮਜ਼ਦ ਵਾਲੀ ਕਿਹੜੀ ਗੱਲ ਹੈ? ਖੰਗਾਲ ਲਿਆ ਸਾਰਾ ਕੁਝ। ਹੂੰ। ਮੇਰੇ ਖਿਲਾਫ ਤਾਂ ਨਿਕਲਿਆ ਹੀ ਕੱਖ ਨਹੀਂ। ਜੇ ਕਹਿੰਦੇ ਉਹ ਸਕੂਟਰਾਂ ਦੇ ਮੋਟਰਸਾਈਕਲਾਂ ਦੇ ਨੰਬਰ ਨਿਕਲ ਆਏ, ਹੂੰ। ਉਹ ਠੇਕੇਦਾਰਾਂ ਦਾ ਕੰਮ ਹੈ, ਹੂੰ ਉਹ ਵਜ਼ੀਰ ਦਾ ਕੰਮ ਥੋੜਾ ਹੈ। ਹੂੰ ਸਾਰਾ ਹਿਸਾਬ ਕਿਤਾਬ ਕਰਕੇ ਜੀ ਕਹਿੰਦੇ ਆਰਾਮ ਨਾਲ ਚਲੇ ਗਏ। ਫਿਰ ਦੇਖਿਆ ਵੀ ਵਾਲ ਵੂਲ ਜੇ ਵਧੇ ਪਏ ਆ, ਹੁਣ ਸੌਖੇ ਆ ਹੂੰ ਤੇ ਆਪਾਂ ਵਾਲ ਕਟਾ ਲਈਏ। ਲੁਧਿਆਣੇ ਕਟਾਉਣ ਗਏ? ਲੁਧਿਆਣੇ ਜੀ ਫਿਰ ਉਹ ਇੱਕ ਸੈਲੂਨ ਦੇ ਵਿੱਚ ਵਾਲ ਕਟਾਉਣ ਵਾਸਤੇ ਚਲੇ ਗਏ ਹੂੰ ਤੇ ਨਿਗਰਾਨੀ ਹੁੰਦੀ ਹੈ, ਤੁਹਾਨੂੰ ਪਤਾ ਹੈ। ਹੂੰ ਜਦੋਂ ਤੁਸੀਂ ਕਿਸੇ ਦੇ ਵਾਰ ਅੱਗੇ ਖੜ ਕੇ ਜਕਾਰੇ ਜਾ ਕੇ ਲਲਕਾਰਾ ਮਾਰੋਗੇ। ਹੂੰ ਫਤਿਹਦੀਪ ਇੱਕ ਹੁੰਦੇ ਸੀ ਇਧਰ ਆਪਣੇ ਦੁਆਬੇ ਦੇ ਬੜੇ ਤਕੜੇ ਸ਼ਹਿਰ, ਜੀ, ਤੇ ਉਹਨਾਂ ਦਿਨਾਂ ਦੇ ਵਿੱਚ ਪਾਸ਼ ਵੀ ਹੁੰਦਾ ਸੀ। ਜੀ, ਤੇ ਇਹ ਤੁਹਾਡੇ ਸ਼ਾਹਕੋਟ ਉੱਥੇ ਜੇ ਉਸ ਇਲਾਕੇ ਦੇ ਵਿੱਚ ਨਕੋਦਰ ਦੇ ਵਿੱਚ ਕੋਈ ਜਲੂਸ ਸੀ ਕਾਫੀ ਵੱਡਾ ਹੂੰ ਹੂੰ ਖੱਬੇ ਪੱਖੀਆਂ ਦਾ, ਤੇ ਉਧਰੋਂ ਥਾਣਾ ਆ ਗਿਆ, ਜਿਸ ਥਾਣੇ ਦੇ ਵਿੱਚ ਫੜ ਕੇ ਉਹਨਾਂ ਨੂੰ ਕਵੀਆਂ ਨੂੰ ਕੁੱਟਿਆ ਸੀ ਪੁਲਿਸ ਨੇ। ਜੀ, ਜਦੋਂ ਉੱਥੇ ਆ ਗਿਆ ਤੇ ਨਾਲ ਫਿਰ ਵਾਹਵਾ ਸਾਰੇ ਆ ਗਏ ਤੇ ਉੱਥੇ ਜੀ ਫਿਰ ਖੜ ਕੇ ਹੂੰ ਉਹ ਕਹਿੰਦਾ ਯਾਰ ਮੈਨੂੰ ਬੋਲਣ ਦਿਓ ਇੱਥੇ। ਜੀ, ਤੇ ਉਹਨੇ ਫਿਰ ਕੰਧ ਦੇ ਉੱਤੇ ਥਾਣੇ ਦੀ ਕੰਧ ਦੇ ਉੱਤੇ ਚੜ੍ਹ ਕੇ ਜਿਹੜਾ ਭਾਸ਼ਣ ਕੀਤਾ, ਹੂੰ ਹੂੰ ਕਹਿੰਦਾ ਮਾਰੀਆਂ ਬੂਹੇ ਦੇ ਮੂਰੇ ਵੜਕਾਂ ਹੂੰ ਜੋਰ ਭਰਾਵਾਂ ਦੇ। ਜੋਰ ਭਰਾਵਾਂ। ਉੱਥੇ ਜਿਹੜੀਆਂ ਵੜਕਾਂ ਮਾਰ ਕੇ ਆਏ ਸੀ, ਹੂੰ ਹੂੰ ਉੱਥੇ ਤਾਂ ਜੋਰ ਭਰਾਵਾਂ ਦਾ ਸੀਗੇ ਨਾਲ ਕਾਂਗਰਸੀ। ਹੂੰ ਹੂੰ ਤੇ ਪੁਲਿਸ ਐਡੀ ਪਾਗਲ ਤਾਂ ਹੁੰਦੀ ਨਹੀਂ ਬਿਲਕੁਲ। ਕਿ ਐਡੇ ਵੱਡੇ ਮੌਜ 'ਚ ਹੱਥ ਪਾ ਲਿਓ, ਕਹਿੰਦੇ ਖੇਡਣ ਦਿਓ। ਹੂੰ ਹੂੰ ਤੇ ਅੱਜ ਕੱਲ ਸਿਸਟਮ ਸਾਰਾ ਹੈਗਾ ਵੀ ਬੰਦਾ ਗਿਆ ਕਿੱਥੇ, ਜਦੋਂ ਸੈਲੂਨ ਨੂੰ ਤੁਰ ਗਿਆ ਹੂੰ ਲੋਕੇਸ਼ਨ ਨਾਲ ਦੀ ਨਾਲ ਆ ਗਈ ਹੋਣੀ ਹੈ ਵੀ ਕਿੱਧਰ ਨੂੰ ਹੈ। ਬਿਲਕੁਲ। ਉਹ ਫਿਰ ਜੀ ਮਗਰ ਹੀ ਲੱਗੇ ਹੋਣੇ। ਬਗਾਨੇ ਪੁੱਤ ਜਿਹੜੇ ਸਫਾਰੀ ਸੂਟਾਂ ਵਾਲੇ ਪਹੁੰਚ ਗਏ ਹੂੰ ਜਾ ਕੇ, ਤੇ ਉਹ ਜਦੋਂ ਕਹਿੰਦੇ ਚਲੋ ਜੀ, ਹੂੰ ਕਿੱਥੇ ਚਲੋ ਜੀ, ਫਿਰ ਆਪਣੇ ਬਿੱਟੂ ਸਾਹਿਬ ਵੀ ਆ ਗਏ, ਹਾਂ ਐਮਪੀ ਉੱਥੇ ਸਾਹਿਬ। ਬੈਠਾ ਸੀ ਬਿੱਟੂ ਦਾ। ਹਾਂ ਉਹ ਕਹਿੰਦੇ ਜੀ ਇਹ ਕਿਵੇਂ ਸ਼ਾਇਦ ਬਿੱਟੂ ਨਾਲ ਹੀ ਨਾਲ ਆ ਹੀ ਗਿਆ ਨਾਲ ਸੀਗਾ, ਕਿਉਂਕਿ ਉਹ ਤਾਂ ਮੋਟਰਸਾਈਕਲ ਦੇ ਇਕੱਠੇ ਹੀ ਤੁਰੇ ਫਿਰਦੇ ਸੀ। ਹਾਂ ਗਿਆ ਵੀ ਹੀ ਬਿੱਟੂ ਜੀ ਪੁੱਛਦੇ ਵੀ ਤੁਸੀਂ ਕਿਵੇਂ ਆ ਗਏ, ਕੌਣ ਹੋ? ਹੂੰ ਕਹਿੰਦੇ ਜੀ ਵਿਜੀਲੈਂਸ ਵਾਲੇ, ਆਇਡੈਂਟੀ ਕਾਰਡ ਦਿਖਾਓ। ਆਇਡੈਂਟੀ ਕਾਰਡ, ਹੁਣ ਬਿੱਟੂ ਆਇਡੈਂਟੀ ਕਾਰਡ ਦੇਖਣ ਲਈ ਜਿਹੜਾ ਹੈਗਾ ਅਧਿਕਾਰਤ ਨਹੀਂ, ਨਹੀਂ ਹੈਗਾ, ਕਿਉਂਕਿ ਬਿੱਟੂ ਨੂੰ ਤਾਂ ਛੇੜਿਆ ਨਹੀਂ ਕਿਸੇ ਨੇ। ਆਸ਼ੂ ਦੇਖ ਸਕਦਾ ਸੀ, ਆਸ਼ੂ ਕਹਿ ਸਕਦਾ ਸੀ ਕਿ ਮੈਨੂੰ ਦਿਖਾਓ ਤੁਸੀਂ ਆਪਣੀ ਸ਼ਨਾਖਤ ਦਿਓ ਭਾਈ, ਕੌਣ ਹੋ, ਕਿਤੇ ਅੱਤਵਾਦੀ ਤਾਂ ਹਾਂ, ਨਹੀਂ, ਹਾਂ। ਮੈਨੂੰ ਚੱਕਣ ਆ ਗਏ। ਮੋਰ ਓਵਰ ਕਹਿੰਦੇ ਵੀ ਤੁਹਾਡੇ ਕੋਲ ਵਾਰੰਟ ਕਿੱਥੇ ਹੈ? ਇੱਥੇ ਮੈਂ ਕਹੂੰਗਾ ਵੀ ਵਿਜੀਲੈਂਸ ਵਾਲਿਆਂ ਨੂੰ ਵੈਸੇ ਵਾਰੰਟ ਲੈ ਲੈਣੇ ਚਾਹੀਦੇ ਸੀ, ਹੂੰ ਕਿਉਂਕਿ ਵਾਰੰਟਾਂ ਦੇ ਮਾਮਲੇ ਦੇ ਵਿੱਚ ਪਹਿਲਾਂ ਵੀ ਥੋੜੀ ਜੀ ਜਿਹੜੀ ਉਹ ਦਿੱਲੀ ਵਾਲੇ ਮਾਮਲੇ 'ਚ ਹਾਂ ਜਿਹੜਾ ਉਹ ਫੜਿਆ ਸੀਗਾ ਇੱਕ ਬੀਜੇਪੀ ਦਾ ਲੀਡਰ, ਉਹਦਾ ਕਰਕੇ ਕਿਰਕਰੀ ਹੋਈ ਸੀ, ਉਹ ਖਰਨੀ। ਕਹਿੰਦੇ ਜੀ ਹੈਗਾ ਸਭ ਕੁਝ ਹੈਗਾ ਜੀ, ਚਲੋ ਜੀ ਫਾਈਲਾਂ ਪਈਆਂ ਤੁਮਕਾ, ਚਲੋ ਉਹਨਾਂ ਨੇ ਆਪਣਾ ਟਾਈਮ ਪਾਸ ਕਰ ਲਿਆ। ਟਾਈਮ ਪਾਸ ਕਰਕੇ ਉਹਨਾਂ ਨੇ ਕਿਹਾ ਚਲੋ, ਬਿੱਟੂ ਕਹਿੰਦਾ ਮੇਰੀ ਗੱਡੀ 'ਚ ਬੈਠ ਕੇ ਚਲੇ ਜਾਓ, ਉਹਨਾਂ ਨੇ ਕਿਹਾ ਲਿਜਾਣਾ ਹੀ ਸੀ। ਫਿਰ ਬਿੱਟੂ ਨੇ ਹੁੱਕਾ ਦਿੱਤਾ ਵੀ ਆ ਜਾਓ ਭਾਈ। ਹਾਂ ਕਾਂਗਰਸੀ ਇੱਥੇ ਪਹੁੰਚਣੇ ਸ਼ੁਰੂ ਹੋ ਗਏ, ਉਹਨਾਂ ਨੇ ਜਾ ਕੇ ਉਹਨੂੰ ਬੰਦ ਕਰਤਾ। ਅੱਜ ਸ਼ਾਇਦ ਉਹਨੂੰ ਪੇਸ਼ ਕੀਤਾ ਹੋਵੇ, ਮੈਂ ਅਜੇ ਤੱਕ ਖਬਰ ਦੇਖੀ ਨਹੀਂ ਸੀ, ਉਹਦਾ ਰਿਮਾਂਡ ਵਗੈਰਾ ਲੈ ਲਿਆ ਹੋਵੇ। ਫਿਰ ਉੱਥੇ ਜਿੰਦਾਬਾਦ ਮੁਰਦਾਬਾਦ ਸ਼ੁਰੂ ਹੋ ਗਈ ਜੀ। ਵਿਜੀਲੈਂਸ ਵਾਲਿਆਂ ਨੇ ਸਥਾਨਕ ਪੁਲਿਸ ਨੂੰ ਇਨਫੋਰਮ ਕਰਤਾ, ਸਥਾਨਕ ਪੁਲਿਸ ਨੇ ਆਪਣੀ ਮੁਸਤੈਦੀ ਕਰਤੀ ਕਿ ਕਿਸੇ ਕਿਸਮ ਦੀ ਕੋਈ ਗੜਬੜ ਨਾ ਹੋ ਜੇ। ਫਿਰ ਇਹ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਜੀ, ਰਾਜਾ ਵੜਿੰਗ ਸਾਹਿਬ ਜਿਹੜੇ ਹੈਗੇ ਚੰਡੀਗੜ੍ਹ ਤੋਂ ਤੁਰ ਪਏ ਤੇ ਉਹ ਆਉਣ ਵਾਲੇ। ਰਾਜਾ ਵੜਿੰਗ ਸਾਹਿਬ ਵੀ ਆ ਗਏ, ਤੇ ਰਾਜਾ ਵੜਿੰਗ ਸਾਹਿਬ ਨੂੰ ਮੇਰਾ ਖਿਆਲ ਵੀ ਉਦੋਂ ਤੱਕ ਅਹਿਸਾਸ ਹੋ ਗਿਆ ਸੀ ਕਿ ਐਵੇਂ ਹੁਣ ਕਾਨੂੰਨ ਨੂੰ ਹੱਥ 'ਚ ਲੈਣ ਦੀ ਲੋੜ ਕੋਈ ਨਹੀਂ, ਧਰਨੇ ਦੀ ਕੋਈ ਲੋੜ ਨਹੀਂ। ਉਹ ਧਰਨੇ ਵਾਲਿਆਂ ਨੂੰ ਕਹਿੰਦੇ ਵੀ ਜਾਓ ਆਪਣੇ ਘਰਾਂ ਨੂੰ, ਕੱਲ ਨੂੰ ਮੀਟਿੰਗ ਕਰਾਂਗੇ, ਮੀਟਿੰਗ ਕਰਕੇ ਤੇ ਕੋਈ ਫਿਰ ਅਗਲੀ ਕਾਰਵਾਈ ਆਪਾਂ ਕਰਾਂਗੇ। ਉਹ ਚਲੋ ਜੀ ਗੱਲ ਹੋਈ ਮੁੱਕੀ ਤੇ ਨਿਬੜ ਗਈ। ਤੇ ਅੱਜ ਉਹਦੇ ਨਾਲ ਜਿਹੜਾ ਕੁਝ ਹੋਇਆ ਹੁਣੇ, ਉਹ ਤਾਂ ਪੁੱਛਗਿੱਛ ਹੀ ਕਰਨੀ ਸੀ, ਥੋੜੀ ਬਹੁਤੀ ਰਾਤ ਕਰ ਲਈ ਹੋਣੀ ਹੈ। ਪਰ ਮੇਰੇ ਖਿਆਲ ਮੁਤਾਬਕ ਕਿਉਂਕਿ ਜਿੱਥੇ ਥੋੜਾ ਜਿਹਾ ਵਿਵਾਦ ਹੋਵੇ ਉੱਥੇ ਪੁਲਿਸ ਜਾਂ ਵਿਜੀਲੈਂਸ ਛੇਤੀ ਕਿਤੇ ਸਖਤੀ ਨਹੀਂ ਕਰਦੀ ਬਿਲਕੁਲ। ਉਹ ਅਦਾਲਤ ਦੇ ਵਿੱਚ ਜਾਣ ਦਿਓ ਜੀ। ਔਰ ਜਿਹੜੇ ਜਿੱਡਾ ਵੱਡਾ ਬੰਦਾ ਹੁੰਦਾ ਹੈ, ਜਿਸੇ ਕਿਸੇ ਬੰਦੇ ਦਾ ਵੱਡਾ ਔਰਾ ਹੋਵੇ, ਉਹਨੂੰ ਫਿਰ ਉਸੇ ਢੰਗ ਦੇ ਨਾਲ ਹੀ ਪੁੱਛਗਿੱਛ ਕਰ ਲੈਂਦੇ ਆ। ਬੜੇ ਤਰੀਕੇ ਹੁੰਦੇ ਹੁੰਦੇ ਆ। ਸੁਣੋ ਜੀ ਸੌਣ ਸੂਣ ਤੋਂ ਕੀ ਹਾਲਾਤ ਇਹੋ ਜਿਹੇ ਬਣਾ ਦਿਓ ਕਿ ਪਿਸ਼ਾਬ ਕਰਨਾ ਤਾਂ ਅੰਦਰ ਹੀ ਕਰ, ਟਾਇਲਟ ਜਾਣਾ ਤਾਂ ਅੰਦਰ ਹੀ ਬੈਠ ਪਿਆ ਬੱਠਲ ਇੱਥੇ ਬਹਿ ਜਾ। ਇਸ ਕਿਸਮ ਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਬੜਾ ਮੋਰਲ ਡਾਊਨ ਕਰਨ ਵਾਸਤੇ ਬੰਦੇ ਨੂੰ ਡਾਊਨ ਕਰ ਲੈਂਦੇ ਤੇ ਫਿਰ ਲੱਕੜਾਂ ਬੋਲਣ ਲੱਗ ਪੈਂਦੀਆਂ ਪੁਲਿਸ ਦੀ ਕਸਟਡੀ ਦੇ ਵਿੱਚ ਆ ਕੇ। ਤਾਂ ਕੋਈ ਗੱਲ ਦੋ ਰਾਮਾ ਨਹੀਂ। ਇਹ ਠੀਕ ਹੈ ਵੀ ਭਾਰਤ ਭੂਸ਼ਣ ਆਸ਼ੂ ਬੜਾ ਆਪਣੇ ਆਪ ਨੂੰ ਸਮਝਦਾ ਵੀ ਮੇਰੇ ਨਾਲ ਦਾ ਕੋਈ ਖੱਬੀ ਖਾਨ ਬੰਦਾ ਹੈ ਨਹੀਂ, ਪਰ ਉੱਥੇ ਜਾ ਕੇ ਪੋਲੇ ਹੋ ਜਾਂਦੇ। ਤੇ ਪੋਲਾ ਤਾਂ ਵੈਸੇ ਕੱਲ ਹੀ ਹੋ ਗਿਆ ਸੀ। ਕੱਲ ਜਿਹੜੇ ਮੇਰੇ ਜਦੋਂ ਉਹ ਕਹਿ ਰਿਹਾ ਸੀ ਨਹੀਂ ਜੀ ਠੀਕ ਹੈ ਜੀ ਕੋਈ ਗੱਲ ਨਹੀਂ, ਮੈਂ ਕਿਹੜਾ ਕਾਨੂੰਨ ਤੋਂ ਭੱਜਿਆ ਹੋਇਆ, ਕਾਨੂੰਨ ਦੀ ਕਦਰ ਕਰਦੇ। ਅੱਜ ਉਹਦਾ ਭਰਾ ਵੀ ਉੱਥੇ ਬੈਠਾ ਸੀ, ਇੱਕ ਤਾਏ ਦਾ ਪੁੱਤ, ਉਹ ਵੀ ਕਹੀ ਜਾਂਦਾ ਸੀ ਜੀ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਕਾਨੂੰਨ ਕੋਲੇ ਜਾਣ ਨੂੰ ਤਿਆਰ ਆ। ਤੇ ਕਾਨੂੰਨ ਦੀ ਗੱਲ ਤਾਂ ਆਰ ਕੇ ਗਰਕ ਕਰਦਾ ਸੀ ਕਿ ਜੀ ਮੈਨੂੰ ਤਾਂ ਉਹਨਾਂ ਨੇ ਭੇਜਿਆ ਹੋਇਆ, ਹਾਈ ਕੋਰਟ ਵਾਲਿਆਂ ਨੇ। ਉਹ ਕਹਿੰਦਾ ਹਾਈ ਕੋਰਟ ਨੂੰ ਦੱਸਦੀ ਜਾ ਕੇ, ਇੱਥੇ ਕਰ ਵਿਜੀਲੈਂਸ ਵਾਲਿਆਂ ਨੂੰ ਕਹਿੰਦਾ ਵੀ ਤੁਸੀਂ ਜਾਓ ਯਾਰ, ਜਾ ਕੇ ਵਰਿੰਦਰ ਕੁਮਾਰ ਨੂੰ ਦੱਸ ਦਿਓ ਵੀ ਮੈਂ ਨਹੀਂ ਜਾਂਦਾ। ਫਿਰ ਵੇਖਦੇ ਵੀ ਕਿੰਨੇ ਟੱਕਰਦੇ। ਇਸੇ ਤਰੀਕੇ ਨਾਲ ਇਹਨੇ ਪਹਿਲਾਂ ਇੱਕ ਵਾਰੀ ਇੱਕ ਲੇਡੀ
ਜਿਹੜੀ ਹੈ ਐਜੂਕੇਸ਼ਨ ਅਫਸਰ ਦੇ ਨਾਲ ਵੀ ਉਹਦੇ ਨਾਲ ਵੀ ਬੜੀ ਬਦਤਮੀਜ਼ੀ ਬਦਤਮੀਜ਼ੀ ਕੀਤੀ। ਉਦੋਂ ਪਹਿਲਾਂ ਇਹਨੇ ਇੱਕ ਮੁੰਡਾ ਜਿਹੜਾ ਝੰਡੇ ਝੁੰਡੇ ਲਾਉਂਦਾ ਸੀ ਇਹਦੇ, ਉਹਨੂੰ ਉਹਦੀ ਮਾਂ ਦੇ ਸਾਹਮਣੇ ਚਲੋ ਉਹ ਤਾਂ ਹੋਣੀ ਹੈ। ਮੈਂ ਦੋ ਗੱਲਾਂ ਕਰਦਾ ਵੀ ਜਿਹੜੀ ਇੱਕ ਤਾਂ ਲੇਡੀ ਉਹ ਜਿਹੜੀ ਸੀਗੀ ਐਜੂਕੇਸ਼ਨ Teacher, ਅਫਸਰ, ਉਹਦੇ ਨਾਲ ਇਹਨੇ ਬਦਤਮੀਜ਼ੀ ਕੀਤੀ ਸੀ। ਕੱਲ ਜਿਹੜੇ ਬਿੱਟੂ ਸਾਹਿਬ ਵਿਜੀਲੈਂਸ ਵਾਲਿਆਂ ਨੂੰ ਪਾਠ ਪੜਾਉਂਦੇ ਸੀ ਵੀ ਜੀ ਡਿਸਪਲਿਨ ਦੇ ਵਿੱਚ ਰਹਿਣਾ ਚਾਹੀਦਾ ਜੀ, ਕਾਨੂੰਨ ਦਿਖਾਓ, ਉਦੋਂ ਬਿੱਟੂ ਸਾਹਿਬ ਵੀ ਕੋਲੇ ਬੈਠੇ ਸੀ। ਉਦੋਂ ਨਹੀਂ ਭੁੱਲੇ। ਉਦੋਂ ਨਹੀਂ ਭੁੱਲੇ ਵੀ ਉਹਨੇ ਇੱਕ ਲੇਡੀ ਅਫੀਸਰ ਦੇ ਨਾਲ ਇਸ ਤਰ੍ਹਾਂ ਬਦਤਮੀਜ਼ੀ ਕੀਤੀ ਹੈ, ਉਹਨੂੰ ਉਦੋਂ ਵਰਜਦੇ। ਕਿਉਂਕਿ ਭਾਵੇਂ ਉਹ ਵਜ਼ੀਰ ਸੀ, ਕੁਛ ਵੀ ਸੀ, ਪਾਰਟੀ ਦੇ ਵਿੱਚ ਜੇ ਕਿ ਸੀਨੀਅਰਿਟੀ ਦੇ ਪੱਖ ਤੋਂ ਤਾਂ ਬਿੱਟੂ ਉਹਦੇ ਨਾਲ ਸੀਨੀਅਰ ਸੀ। ਹਾਂ, ਦੂਜੀ ਤੀਜੀ ਵਾਰੀ ਪਾਰਲੀਮੈਂਟ ਦਾ ਮੈਂਬਰ ਬਣਿਆ, ਉਹਨੂੰ ਤਾੜਨਾ ਚਾਹੀਦਾ ਸੀ ਕਿ ਭਾਈ ਇਸ ਤਰ੍ਹਾਂ ਨਹੀਂ। ਇਹਦੇ ਨਾਲ ਹੀ ਦਾਨੇ ਵਾਲੀ ਸਭ ਇੱਕ ਹੋਰ ਗੱਲ ਸੀਗੀ ਜਿਹੜੀ ਮੈਂ ਦੇਖੀ ਸੀ, ਜਦੋਂ ਪਿੱਛੇ ਬਾਈ ਇਲੈਕਸ਼ਨ ਹੋਈ ਸੀ ਦਾਖਾ ਹਲਕੇ ਦੀ, ਕੁਦਰਤੀ ਮੈਂ ਵੀ ਉਹਨਾਂ ਦਿਨਾਂ ਦੇ ਵਿੱਚ ਉੱਥੇ ਫਿਰਦਾ ਸੀ ਲੁਧਿਆਣੇ ਵਾਲੇ ਪਾਸੇ ਜੀ, ਔਰ ਅਮਰੀਕ ਸਿੰਘ ਢਿੱਲੋਂ ਤੇ ਵਰਿੰਦਰ ਬਰਾੜ ਹੋਣੀ ਇਹ ਉੱਥੇ ਸੰਦੀਪ ਸੰਧੂ ਦੇ ਆਫਿਸ ਦੇ ਵਿੱਚ ਮੈਨੂੰ ਮਿਲੇ ਵੀ ਹੈ। ਤੇ ਉਸੇ ਵੇਲੇ ਖਬਰ ਆ ਗਈ ਇੱਕ, ਮੈਂ ਥੋੜਾ ਜਿਹਾ ਪਾਸੇ ਹੋ ਗਿਆ ਸੀ ਉਸ ਦਫ਼ਤਰ ਦੇ ਉੱਤੇ, ਵੀ ਭਾਰਤ ਭੂਸ਼ਣ ਆਸ਼ੂ ਨੇ ਇੱਕ ਦੋ ਜਿਹੜੇ ਕਾਂਗਰਸ ਪਾਰਟੀ ਦੇ ਵਰਕਰ ਸੀ ਉਹਨਾਂ ਨਾਲ ਜਫੋ ਜਫੀ ਹੋ ਗਿਆ। ਅੱਛਾ ਜੀ। ਇੱਕ ਸਰਦਾਰ ਚਿੱਟੀ ਦਾੜੀ, ਉਹਦੀ ਦਾੜੀ ਰੱਖੀ ਵੀ, ਸਿਰ ਦੇ ਉੱਤੇ ਪੱਗ ਬੰਨੀ ਵੀ, ਤੇ ਇਹਨੇ ਉਹਨੂੰ ਥੱਪੜਾ ਨਾਲ ਕੁੱਟਿਆ ਸੀ। ਬਾਈ ਇਲੈਕਸ਼ਨ ਵੇਲੇ ਜਿਹੜਾ ਹੈਗਾ ਮੁੱਲਾਂਪੁਰ ਦਾਖੇ, ਬਿਲਕੁਲ ਸੰਦੀਪ ਸੰਧੂ ਦੇ ਦਫ਼ਤਰ ਦੇ ਬਾਹਰਲੇ ਪਾਸੇ ਉਹ ਕੁੱਟਿਆ ਸੀ। ਉਦੋਂ ਵੀਡੀਓ ਵੀ ਵਾਇਰਲ ਹੋਈਆਂ ਸੀ। ਮੈਨੂੰ ਨਹੀਂ ਸਮਝ ਆਉਂਦੀ ਵੀ ਉਦੋਂ ਸ਼ਾਇਦ ਕੋਈ ਕਨਸਪੀਰੇਸੀ ਹੋਵੇ ਕਿ ਆਪਾਂ ਜਿੱਤਣ ਨਹੀਂ ਦੇਣਾ, ਸੰਦੀਪ ਨੂੰ ਹਰਾਉਣਾ। ਇਹਨਾਂ ਦਾ ਪੂਰਾ ਸੀ ਜੀ, ਬਾਹਰਲਾ ਬੰਦਾ ਕਿਵੇਂ ਆ ਗਿਆ ਵੀ ਜੇ ਸੰਦੀਪ ਜਿੱਤ ਗਿਆ, ਸੰਦੀਪ ਉਸ ਵੇਲੇ ਮੁੱਖ ਮੰਤਰੀ ਦਾ ਸਲਾਹਕਾਰ ਸੀ ਨਾ, ਬਣ ਜਾਊਗਾ ਇੱਕ, ਤੇ ਉਹਨਾਂ ਨੂੰ ਇਹ ਹੋ ਗਿਆ ਵੀ ਫਿਰ ਇਹ ਨਵਾਂ ਪਾਵਰ ਸੈਂਟਰ ਬਣ ਜੂ ਤੇ ਸਾਡੀ ਗੱਡੀ ਨਹੀਂ ਚੱਲਣੀ। ਉਹ ਕਿਉਂਕਿ ਜੇ ਹੁਣ ਆਪਾਂ ਲੁਧਿਆਣੇ ਦੀ ਗੱਲ ਦੇਖੀ ਤੇ ਲੁਧਿਆਣੇ ਜੇ ਤੁਸੀਂ ਕਿਸੇ ਨਾਲ ਗੱਲ ਕਰਕੇ ਦੇਖੋ ਤਾਂ ਦੱਸਦੇ ਆ ਲੋਕ, ਉਹ ਕਹਿੰਦੇ ਵੀ ਉੱਥੇ ਜੇ ਲੁਧਿਆਣੇ ਦੇ ਵਿੱਚ ਦੋ ਸਰਦਾਰ ਹੁੰਦੇ, ਸਰਦਾਰਾਂ ਦਾ ਮਤਲਬ ਮੁਖੀਆ, ਇੱਕ ਤਾਂ ਮੁਖੀਆ ਹੋ ਗਏ ਆਸ਼ੂ ਜੀ ਗਰੁੱਪ ਦੇ ਤਾਂ, ਤੇ ਦੂਜੇ ਦੇ ਹੋ ਗਏ ਸੀ ਬੈਂਸ ਸਾਹਿਬ, ਤੇ ਆਪਸ ਵਿੱਚ ਗਹਿ ਗੁੱਡ ਸੀ, ਉਂਝ ਇੱਕ ਦੂਜੇ ਦਾ ਵਿਰੋਧ, ਦੇਖਣੀ ਪਾਖਣੀ, ਤੇ ਅੰਦਰੋਂ ਦੋਨੇ ਇੱਕ ਮੁੱਠ। ਤੇ ਇਹ ਵੀ ਕੁਦਰਤ ਦਾ ਕ੍ਰਿਸ਼ਮਾ ਹੀ ਹੁੰਦਾ ਹੈ ਕਿ ਬੈਂਸ ਸਾਹਿਬ ਪਹਿਲਾਂ ਚਲੇ ਗਏ ਤੇ ਇਹ ਹੁਣ ਪਿੱਛੋਂ ਚਲੇ ਗਏ। ਖੈਰ ਜੋ ਕਰੂਗਾ ਸੋ ਭਰੂਗਾ। ਨਾਲੇ ਕਹਿੰਦੇ ਜੀ ਇੱਕ ਜਿਹੜਾ ਆਪਾਂ ਭਾਰਤ ਭੂਸ਼ਣ ਦਾ ਇੱਕ ਕੋਟਕਪੂਰੇ ਵਾਲਾ ਕਹਿੰਦੇ ਬੜਾ ਇਹਦਾ ਨਜ਼ਦੀਕੀ ਰਿਸ਼ਤਾ ਹੈ ਕੋਟਕਪੂਰੇ ਨਾਲ, ਭਾਰਤ ਭੂਸ਼ਣ ਆਸ਼ੂ ਦਾ ਜੀ। ਤੇ ਮੈਨੂੰ ਅੱਜ ਖਾਸ ਬੰਦੇ ਦਾ ਫੋਨ ਵੀ ਆਇਆ, ਕਹਿੰਦੇ ਜਿਹੜਾ ਠੇਕੇਦਾਰ ਆ ਨਾ, ਹਾਂਜੀ, ਜਿਹਨੇ ਸਭ ਤੋਂ ਵੱਧ ਠੇਕੇ ਲਏ, ਕਹਿੰਦੇ ਮੱਧ ਵੀ ਉਹਨੇ ਆਸ਼ੂ ਤੋਂ ਇੱਕ ਸਪੈਸ਼ਲ ਪਵਾਈ ਸੀ, ਤੇ ਉਹ ਕੋਟਕਪੂਰੇ ਦੇ ਠੇਕੇਦਾਰ ਹੀ ਸਾਰੇ ਪੰਜਾਬ ਦੇ ਠੇਕੇ ਲੈ ਗਿਆ ਸੀ। ਇਹ ਉਹੀ ਹੋਣਾ ਜਿਹੜਾ ਠੇਕੇਦਾਰ ਤੇਲੂ ਰਾਮ ਹੈ ਕਿ ਹੋਰ ਹੈ ਕੋਈ? ਇਹ ਹੋਰ ਹੈ ਜੀ, ਅਸਲ ਪ੍ਰੇਮ। ਚਲੋ ਪ੍ਰੇਮ ਹੋਣਾ, ਪ੍ਰੇਮ ਨਾਲ ਪ੍ਰੇਮ ਮੁਹੱਬਤ ਵਾਧੂ ਹੋਣੀ ਹੈ। ਹਾਂ, ਇਹਦੇ ਬਾਰੇ ਵੀ ਦੱਸਦੇ ਆ ਜਿਹੜੇ ਤੇਲੂ ਰਾਮ ਹੈ, ਤੇਲੂ ਰਾਮ ਦਾ ਵੀ ਬਠਿੰਡੇ ਵਾਲੇ ਚ ਵੀ ਕਹਿੰਦੇ ਸਪਤੀ ਸੀਗਾ। ਸਾਰਾ ਅਕਾਲੀਆਂ ਨੂੰ ਵੀ ਦਿੰਦਾ ਸੀ, ਕਾਂਗਰਸੀਆਂ ਨੂੰ, ਹੋਰਾਂ ਨੂੰ ਵੀ ਦਿੰਦਾ ਸੀ, ਨਿੱਕੇ ਮੋਟੇ ਸਾਰਿਆਂ ਨੂੰ ਕਹਿੰਦੇ ਥੋੜਾ ਜਿੰਨੀ ਪਹੁੰਚ ਸੀਗੀ ਹਰੇਕ ਨੂੰ ਟੁੱਕ ਸੱਟਦਾ ਸੀ ਨਾ। ਉਹ ਤਾਂ ਫਿਰ ਕੁਦਰਤੀ ਹੈ, ਉਹ ਫਿਰ ਸਾਰਿਆਂ ਨੂੰ ਨਾਲ ਰੱਖਣਾ ਹੁੰਦਾ ਨਾ, ਕਿਉਂਕਿ ਨਾਨਕੇ ਤਾਂ ਸਾਰਿਆਂ ਦੇ ਇੱਕੋ ਥਾਂ। ਬਿਲਕੁਲ। ਇਹ ਜਿਹੜੇ ਇਸ ਕਿਸਮ ਦੇ ਲੋਕ ਹੁੰਦੇ ਆ, ਫਿਰ ਸਾਰਿਆਂ ਨੂੰ ਕਰਨਾ ਵੀ ਤੁਸੀਂ ਵੀ ਲੈ ਲਓ, ਤੁਸੀਂ ਵੀ ਲੈ ਲਓ, ਕੱਲ ਨੂੰ ਕੋਈ ਕੁਛ ਕਵੇ ਨਾ। ਅੱਜ ਮੈਨੂੰ ਵੀ ਸਵੇਰੇ ਦਾਨੇਲੀਆ ਸਾਹਿਬ ਮੈਨੂੰ ਕੈਨੇਡਾ ਤੋਂ ਫੋਨ ਆਇਆ, ਇੱਕ ਵੈਨਕੂਵਰ ਤੋਂ। ਉੱਥੇ ਇੱਕ ਸੱਜਣ ਹੈਗੇ, ਪਰ ਮੈਂ ਉਹਨਾਂ ਵੀਰ ਹੋਣਾ ਦਾ ਨਾਂ, ਉਹ ਰਹਿੰਦੇ ਆ ਤੁਹਾਡੇ ਲੁਧਿਆਣੇ ਜ਼ਿਲ੍ਹੇ ਨਾਲ ਹੀ ਸੰਬੰਧਿਤ ਹੈ। ਉਹ ਕਹਿੰਦੇ ਜੀ ਵੀ ਜਿਹੜੇ ਠੇਕੇਦਾਰਾਂ ਨੇ ਕੱਲ ਪ੍ਰੋਟੈਸਟ ਕੀਤਾ ਸੀ ਜੀ, ਜਦੋਂ ਕਾਂਗਰਸੀ ਪ੍ਰੋਟੈਸਟ ਕਰਦੇ ਸੀਗੇ ਵਿਜੀਲੈਂਸ ਹੈੱਡਕੁਆਟਰ ਦੇ ਸਾਹਮਣੇ, ਉਦੋਂ ਕਾਂਗਰਸੀਆਂ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਸੀ ਕੁਝ ਠੇਕੇਦਾਰ। ਅੱਛਾ ਜੀ। ਗੁਰਪ੍ਰੀਤ ਹੋਣੀ। ਉਹ ਮੈਨੂੰ ਕਹਿੰਦੇ ਤੁਹਾਨੂੰ ਪਤਾ ਕੌਣ ਹੈ? ਮੈਂ ਕਿਹਾ ਜੀ ਮੈਨੂੰ ਨਹੀਂ ਪਤਾ। ਕਹਿੰਦੇ ਗੁਰਪ੍ਰੀਤ ਹੋਣੀ ਉਹ ਬੰਦੇ ਹੈ ਜਿਹੜੇ ਕਾਂਗਰਸੀ ਹੈ ਜੀ, ਛੋਟੇ ਠੇਕੇਦਾਰ ਜਿਹੜੇ ਹਮੇਸ਼ਾ ਹੀ ਮਦਦ ਕਰਦੇ ਰਹੇ। ਉਹ ਕਹਿੰਦੇ ਤਾਂ ਬਿੱਟੂ ਹੋਰਾਂ ਦੀ ਵੀ ਮਦਦ ਕਰਦੇ ਰਹੇ, ਚੰਦਾ ਵੀ ਦਿੰਦੇ ਰਹੇ, ਵੋਟਾਂ ਵੀ ਪਾਉਂਦੇ ਰਹੇ, ਪਰ ਵੋਟਾਂ ਦੇ ਨਾਲ ਨਾਲ ਜਿਹੜੇ ਨੋਟ ਕਮਾਉਣ ਵਾਲੀ ਮਸ਼ੀਨਰੀ ਹੈ ਉਹਦਾ ਇਹਦੇ ਕੋਲੇ ਸੀ, ਕਿਉਂਕਿ ਨੋਟ ਕਮਾਉਣ ਵਾਲੀ ਮਸ਼ੀਨਰੀ ਨੂੰ ਇਸਤੇਮਾਲ ਕੀਤਾ ਤੇ ਤੇਲੂ ਰਾਮ ਹੋਰਾਂ ਨੂੰ ਦੇ ਕੇ ਤੇ ਉਹਦੇ ਵਿੱਚ ਫਿਰ ਨੋਟ ਕਮਾਏ। ਉਹ ਕਹਿੰਦੇ ਜੀ 2000 ਕਰੋੜ ਰੁਪਏ ਦਾ ਕਾਲਾ ਮਾਲ ਹੈ। ਹੁਣੇ ਤਾਂ ਅੱਗੇ ਤਫਤੀਸ਼ ਚੱਲੂਗੀ, ਤਫਤੀਸ਼ ਦੇ ਵਿੱਚੋਂ ਕੀ ਨਿਕਲ ਕੇ ਆਉਂਦਾ ਹੈ ਕੁਛ ਵੀ ਤਾਂ ਉਦੋਂ ਪਤਾ ਲੱਗੂ। ਲੇਕਿਨ ਇੱਕ ਨਾਲ ਮੇਰੀ ਹੋਰ ਹੰਬਲ ਬੇਨਤੀ ਹੈ ਵਰਿੰਦਰ ਕੁਮਾਰ ਉਹਨਾਂ ਨੂੰ ਜੀ, ਕਿ ਤੁਸੀਂ ਠੀਕ ਤਰੀਕੇ ਨਾਲ ਜੇ ਆਪਦੀ ਕਾਰਵਾਈ ਕਰੋਗੇ ਵਧੀਆ ਗੱਲ ਹੈ, ਪਰ ਚਲਾਨ ਜਲਦੀ ਪੇਸ਼ ਕਰਵਾ ਕੇ ਤੇ ਜਲਦੀ ਨਿਪਟਾਰਾ ਕਰਵਾਓ। ਵੈਸੇ ਭਗਵੰਤ ਸਿੰਘ ਮਾਨ ਹੋਰਾਂ ਨੂੰ ਚਾਹੀਦਾ ਕਿ ਜਿੰਨੇ ਕਰਪਸ਼ਨ ਦੇ ਕੇਸ ਹੈ, ਇਹਨਾਂ ਕਰਪਸ਼ਨ ਦੇ ਕੇਸਾਂ ਦੇ ਲਈ ਫਾਸਟ ਟਰੈਕ ਕੋਰਟਾਂ ਬਣਾਓ ਤਾਂ ਕਿ ਇਹਨਾਂ ਦਾ ਨਿਪਟਾਰਾ ਛੇਤੀ ਹੋ ਜਾਏ। ਹੁਣ ਤੁਸੀਂ ਇਹ ਦੇਖੋ, ਜਦੋਂ ਬਾਦਲਾਂ ਦੇ ਖਿਲਾਫ ਕੈਪਟਨ ਅਮਰਿੰਦਰ ਸਿੰਘ ਨੇ ਕੇਸ ਬਣਾਏ ਸੀ ਤੇ ਜਿਹੜੇ ਜਰੀਬਾਂ ਚੱਕੀ ਫਿਰਦੇ ਸੀ, ਫੀਤੇ ਲੈ ਕੇ ਆਪਣੇ ਸਾਹਮਣੇ ਮਿਣਦੇ ਹੁੰਦੇ ਸੀ, ਉਹ ਸਾਰੇ ਵੱਡੇ ਜਿਹੜੇ ਟੋਪ ਟਰੰਕਾਂ ਜਾ ਕੇ ਗਵਾਹੀਆਂ ਮੁੱਕਰ ਗਏ ਸੀ। ਬਿਲਕੁਲ। ਤੁਸੀਂ ਆਪਣੀ ਇਸ ਹਕੂਮਤ ਦੇ ਹੁੰਦਿਆਂ ਫੈਸਲੇ ਕਰਵਾ ਲਓਗੇ, ਚੰਗੇ ਰਹੋਗੇ, ਤੇ ਨਹੀਂ ਤੁਹਾਡੇ ਕੇਸਾਂ ਦਾ ਰਹਿਣਾ ਕੱਖ ਨਹੀਂ, ਕਿਉਂਕਿ ਗਵਾਹ ਖੜੇ ਖੜੋਤੇ ਮੁੱਕਰ ਜਾਂਦੇ ਹੁੰਦੇ।
ਅੱਜ ਹੀ ਮੈਂ ਦੇਖ ਰਿਹਾ ਸੀਗਾ ਇੱਕ ਜਿਹੜਾ ਹੈਗਾ ਉਹ ਪਹਿਲਵਾਨ ਵਾਲਾ ਮਾਮਲਾ। ਅੱਛਾ ਜੀ, ਸੁਰਿੰਦਰ ਪਹਿਲਵਾਨ ਵਾਲਾ ਸੁਰਿੰਦਰ ਪਹਿਲਵਾਨ ਦੇ ਖਿਲਾਫ ਜਿਹੜਾ ਕੇਸ ਰਜਿਸਟਰ ਹੋਇਆ ਸੀ ਉਹ ਪਿਛਲੀ ਕਾਂਗਰਸ ਸਰਕਾਰ ਵੇਲੇ ਹੋਇਆ ਸੀ। ਸੁਰਿੰਦਰ ਪਹਿਲਵਾਨ ਨੂੰ ਜਦੋਂ ਸਾਰਾ ਕੁਝ ਹੀ ਦਿੱਤਾ ਸੀ ਉਹਦੇ ਹਵਾਲੇ ਕਰਤਾ ਸੀ, ਜੀ ਅਕਾਲੀ ਸਰਕਾਰ ਨੇ ਦਿੱਤਾ ਸੀ। ਹੁਣ ਉਹਦੀ ਟ੍ਰਾਇਲ ਚੱਲ ਰਹੀ ਹੈ। ਟ੍ਰਾਇਲ ਦੇ ਦੌਰਾਨ ਕੱਲ ਮੋਹਾਲੀ ਕੋਰਟ ਦੇ ਵਿੱਚ 2 ਅਫੀਸਰ ਗਵਾਹੀ ਮੁੱਕਰ ਗਏ। ਹੁਣ ਵੀ ਹਾਂਜੀ ਉਹਨਾਂ ਨੂੰ ਹੋਸਟਾਈਲ ਡਿਕਲੇਅਰ ਕਰ ਦਿੱਤਾ ਕੋਰਟ ਨੇ। ਅੱਛਾ, ਇਹ ਚੀਜ਼ਾਂ ਧਿਆਨ ਚ ਰੱਖਣੀਆਂ ਚਾਹੀਦੀਆਂ ਵੀ ਕੱਲ ਨੂੰ ਜਿਨ੍ਹਾਂ ਨੇ ਗਵਾਹੀਆਂ ਮੁਕਰਨੀਆਂ ਹੋਸਟਾਈਲ ਹੋਣਗੇ ਉਹਨਾਂ ਦਾ ਪ੍ਰਬੰਧ ਹੁਣੇ ਕਰ ਲਓ, ਤੁਸੀਂ ਛੇਤੀ ਦੇ ਫੈਸਲੇ ਕਰਵਾ ਲਓ। ਬਿਲਕੁਲ। ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਸੈਟਲ ਏਰੀਆ ਦੇ ਵਿੱਚ ਓਨਰ ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ ਜੀ ਲੋਕਲ ਏਰੀਆ ਜੌਬ ਦੇ ਲਈ। ਗੁਰਵਿੰਦਰ ਧਾਲੀਵਾਲ ਹੋਰਾਂ ਨਾਲ 2063544060 ਤੇ ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਕਾਲ ਕਰ ਸਕਦੇ ਹੋ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇਸ ਵਕਤ ਤੁਸੀਂ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਦੇ ਨਾਲ ਜੁੜੇ ਹੋਏ ਹੋ। ਬੁੱਕ ਕੀਪਿੰਗ, ਟਰੱਕ ਬੁੱਕ ਕੀਪਿੰਗ, ਪਰਸਨਲ ਟੈਕਸਿਸ, ਪੇਰੋਲ ਐਂਡ ਪੇਰੋਲ ਟੈਕਸਿਸ, ਸਟੇਟ ਟੈਕਸਿਸ, ਬਿਜ਼ਨਸ ਟੈਕਸਿਸ ਦੀਆਂ ਸੇਵਾਵਾਂ ਲੈਣੀਆਂ ਤਾਂ ਇੱਕੋ ਇੱਕ ਤਸੱਲੀ ਬਖਸ਼ ਅਦਾਰਾ ਜੀ ਐਕੂਰੇਟ ਅਕਾਊਂਟਸ ਐਂਡ ਟੈਕਸਿਸ। ਇੱਥੇ ਤੁਸੀਂ ਜਿਹੜਾ 2535208886 253-520-8886 ਤੇ ਕਾਲ ਕਰਕੇ ਮਹਿੰਦਰ ਸਿੰਘ ਸੋਲ, ਲੋਕਪਾਲ ਸਿੰਘ ਸੋਲ ਹੋਰਾਂ ਨਾਲ ਅਪੁਆਇੰਟਮੈਂਟ ਬਣਾ ਸਕਦੇ ਹੋ। ਇਹਨਾਂ ਦੀ ਆਫਿਸ ਲੋਕੇਸ਼ਨ ਹੈ ਜੀ 24915 ਐਵੀਨਿਊ, ਕੈਂਟ, ਵਾਸ਼ਿੰਗਟਨ ਦੇ ਵਿੱਚ। ਸੀਐਟਲ ਦਾ ਇੱਕ ਜਾਣਿਆ ਪਹਿਚਾਣਿਆ ਨਾਂ ਮੱਖਣ ਨਾਗਰਾ, ਇਹਨਾਂ ਨੇ ਸਪਾਈਸ ਬਲਿਸ ਇੰਡੀਅਨ ਰੈਸਟੋਰੈਂਟ ਜਿਹੜਾ ਜੀ ਉਹ ਖੋਲ੍ਹ ਲਿਆ। ਇੱਥੇ ਤੁਸੀਂ ਮਨਪਸੰਦ ਖਾਣੇ ਦੇ ਲਈ ਖਾਣ ਦੇ ਲਈ ਡਾਈਨ ਇਨ ਕਰ ਸਕਦੇ ਹੋ, ਭਾਵੇਂ ਉਹ ਇੰਡੀਅਨ ਕੁਜ਼ੀਨ ਹੋਵੇ ਜਾਂ ਫਿਰ ਇੰਡੀਅਨ ਸਟਾਰਟਰਸ ਹੋਣ ਜਾਂ ਐਪੀਟਾਈਜ਼ਰ ਹੋਣ ਤਾਂ ਫਿਰ ਸੈਲਮਨ ਫਿਸ਼ ਹੋਵੇ। ਜੇਕਰ ਆਨਲਾਈਨ ਪਿਕਅਪ ਕਰਨਾ ਜਾਂ ਡਿਲੀਵਰੀ ਮੰਗਾਉਣੀ ਹੈ ਤਾਂ ਡਾਊਨਟਾਊਨ 1520 ਬਰਾਡਵੇ ਸੈਟਲ ਤੋਂ ਵੀ ਕਰਵਾ ਸਕਦੇ ਹੋ। ਇਹਨਾਂ ਦੀ ਜਿਹੜੀ ਸਪਾਈਸ ਬਲਿਸ ਇੰਡੀਅਨ ਰੈਸਟੋਰੈਂਟ ਦੀ ਲੋਕੇਸ਼ਨ ਹੈ 23609 104 ਐਵੀਨਿਊ, ਕੈਂਟ ਤੇ ਹੈ ਜੀ। ਫੋਨ ਨੰਬਰ ਤੁਸੀਂ ਨੋਟ ਕਰ ਲਓ 2063531699 ਤੇ ਕਾਲ ਕਰ ਸਕਦੇ ਹੋ। ਦੂਜਾ ਨੰਬਰ ਹੈ 2532467296 ਤੇ ਕਾਲ ਕਰ ਸਕਦੇ ਹੋ। ਇਹਨਾਂ ਤੋਂ ਤੁਸੀਂ ਕੈਟਰਿੰਗ ਕਰਵਾਉਣ ਦੇ ਲਈ ਵੀ ਸੰਪਰਕ ਕਰ ਸਕਦੇ ਹੋ। ਤੇ ਢਿੱਲੋਂ ਸਾਹਿਬ ਆਪਾਂ ਗੱਲ ਕਾਂਗਰਸੀ ਆਗੂ ਦੀ ਕੀਤੀ ਤੇ ਹੁਣ ਕਾਂਗਰਸ ਦੀ ਪਾਰਟੀ ਲਈ ਵੀ ਗੱਲ ਕਰ ਲਈਏ ਕਿ ਪਾਰਟੀ ਦੇ ਵਿੱਚ ਜਿਵੇਂ ਕੱਲ ਮੈਂ ਦੇਖਿਆ ਪ੍ਰਤਾਪ ਬਾਜਵਾ ਨਾਰਾਜ਼ ਨਜ਼ਰ ਆਏ, ਰਾਜਾ ਵੜਿੰਗ ਸਿਕਿਉਰਿਟੀ ਵਾਲਿਆਂ ਦੇ ਉੱਤੇ ਗਰਮ ਹੁੰਦਾ ਦਿਖਾਈ ਦਿੱਤਾ ਵੀ ਤੁਹਾਨੂੰ ਨਹੀਂ ਪਤਾ ਵੀ ਇਹ ਬਾਜਵਾ ਸਾਹਿਬ ਸੀਗੇ, ਤੁਸੀਂ ਕਿਵੇਂ ਗੱਡੀ ਰੋਕ ਲਈ, ਕਿਵੇਂ ਮੋੜ ਦਿੱਤੀ, ਸਾਨੂੰ ਨਹੀਂ ਲੋੜ ਤੁਹਾਡੀ ਸਿਕਿਉਰਿਟੀ ਦੀ। ਸੋ ਇੱਕ ਤਰ੍ਹਾਂ ਦੀ ਸਫਬੰਦੀ ਜਿਹੜੀ ਹੈ ਮੈਨੂੰ ਲੱਗਦਾ ਕਿਤੇ ਹੋ ਤਾਂ ਨਹੀਂ ਲੱਗਣ ਲੱਗ ਪਈ। ਬਿਲਕੁਲ। ਕੱਲ ਕਾਂਗਰਸ ਭਵਨ ਦੇ ਵਿੱਚ ਕਾਂਗਰਸ ਪਾਰਟੀ ਦੇ ਲੀਡਰਾਂ ਦੀ ਇੱਕ ਮੀਟਿੰਗ ਸੀ ਜੀ। MLA, MP, ਸਾਬਕਾ MLA, ਹਲਕਾ ਇੰਚਾਰਜ ਵਗੈਰਾ ਸਭ ਦੀ ਇੱਕ ਮੀਟਿੰਗ ਸੀ। ਉਸ ਮੀਟਿੰਗ ਦੇ ਲਈ ਸੱਦਾ ਦਿੱਤਾ ਸੀ। ਕੁਦਰਤੀ ਹੈ ਵੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਤਾਂ ਉਹ ਮੀਟਿੰਗ ਬੁਲਾਈ ਸੀ ਜੀ। ਔਰ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਹੈ ਜਿਹੜੇ ਪ੍ਰਤਾਪ ਸਿੰਘ ਬਾਜਵਾ, ਉਹਨਾਂ ਦਾ ਆਉਣਾ ਬਣਦਾ ਸੀ ਜੀ ਤੇ ਉਹ ਆਏ ਵੀ। ਉਹ ਤੋਂ ਪਹਿਲਾਂ ਪ੍ਰਧਾਨ ਜੀ ਪਹਿਲਾਂ ਆ ਗਏ ਸੀ ਤੇ ਪ੍ਰਧਾਨ ਜੀ ਦੀ ਗੱਡੀ ਅੰਦਰ ਲੱਗੀ ਹੋਈ ਸੀ ਜੀ। ਪ੍ਰਤਾਪ ਸਿੰਘ ਬਾਜਵਾ ਹੁਣਾਂ ਦੀ ਗੱਡੀ ਆਉਂਦੀ ਹੈ, ਉਹ ਹਾਰਨ ਮਾਰਦਾ ਹੈ ਡਰਾਈਵਰ, ਲੇਕਿਨ ਪੁਲਿਸ ਵਾਲੇ ਗੇਟ ਨਹੀਂ ਖੋਲਦੇ ਜੀ। ਪ੍ਰਤਾਪ ਸਿੰਘ ਬਾਜਵਾ ਉਤਰ ਕੇ ਉਹ ਅੰਦਰ ਜਾਂਦੇ ਹੈ। ਅੰਦਰ ਜਾ ਕੇ ਉਹ ਬੁੜਬੁੜ ਕਰਕੇ ਆਪਣਾ ਗੁੱਸਾ ਜ਼ਾਹਰ ਕਰਕੇ ਤੇ ਫਿਰ ਵਾਪਸ ਆ ਜਾਂਦੇ। ਵਾਪਸ ਆ ਕੇ ਉਹ ਆਪਣੀ ਗੱਡੀ ਦੇ ਵਿੱਚ ਬੈਠਦੇ ਤੇ ਉਸ ਵੇਲੇ ਉਹਨਾਂ ਦੀ ਗੱਡੀ ਦੇ ਵਿੱਚ ਉਹ ਇਕੱਲੇ ਨਹੀਂ ਸੀ, ਨਾਲ 2 ਜਣੇ ਹੋਰ ਵੀ ਸੀ ਜੀ। ਸਾਬਕਾ ਸਪੀਕਰ ਰਾਣਾ KP ਸਿੰਘ ਔਰ ਸਾਬਕਾ ਡਿਪਟੀ ਮੁੱਖ ਮੰਤਰੀ OP ਸੋਨੀ ਉਹ ਵੀ ਨਾਲ ਸੀ। ਜਦੋਂ ਉਹਨਾਂ ਨੇ ਦੇਖਿਆ ਵੀ ਇਸ ਤਰ੍ਹਾਂ ਤਾਂ ਇਹ ਤਾਂ ਬੜੀ ਮਾੜੀ ਗੱਲ ਹੈ, ਜੇ ਰਾਜਾ ਵੜਿੰਗ ਦੀ ਗੱਡੀ ਅੰਦਰ ਖੜੀ ਹੈ ਤੇ ਵਿਰੋਧੀ ਧਿਰ ਦੇ ਆਗੂ ਦੀ ਗੱਡੀ ਕਿਉਂ ਨਹੀਂ? ਬਿਲਕੁਲ। ਉਹਦੇ ਕੋਲ ਇੱਕ ਕੈਬਨਿਟ ਦਾ ਰੈਂਕ ਹੈ। ਨਹੀਂ ਵੈਸੇ ਪਾਰਟੀ ਹੈ ਜੀ। ਵਿਰੋਧੀ ਧਿਰ ਦੇ ਆਗੂ ਵਜੋਂ ਇੱਕ ਕੈਬਨਿਟ ਦਾ ਰੈਂਕ ਵੀ ਹੈ ਉਹਦੇ ਕੋਲ। ਕੈਬਨਿਟ ਦਾ ਰੈਂਕ ਹੈ। ਉਹ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਰਿਹਾ ਹੈ, ਪਾਰਲੀਮੈਂਟ ਦਾ ਮੈਂਬਰ ਰਿਹਾ ਹੈ, ਪਹਿਲਾਂ ਵੀ ਕੈਬਨਿਟ ਮੰਤਰੀ ਰਿਹਾ ਹੈ ਔਰ ਤਜਰਬੇ ਦੇ ਲਿਹਾਜ਼ ਨਾਲ ਕਹਿ ਦਈਏ ਤਾਂ ਮੇਰਾ ਖਿਆਲ ਹੈ ਵੀ ਸੀਨੀਅਰਿਟੀ ਦੇ ਲਿਹਾਜ਼ ਨਾਲ ਉਹ ਕੋਈ ਰਾਜੇ ਵੜਿੰਗ ਤੋਂ ਘੱਟ ਨਹੀਂ, ਬਹੁਤ ਵੱਡਾ ਕੱਦ ਉਹਦਾ ਅੱਪ ਹੈ। ਉਹਨੇ ਜਦੋਂ ਦੇਖਿਆ ਵੀ ਪ੍ਰਧਾਨ ਜੀ ਦੀ ਗੱਡੀ ਲੱਗੀ ਹੈ ਮੇਰੀ ਗੱਡੀ ਨੇ, ਤੇ ਉਹਨਾਂ ਨੇ ਉਸੇ ਵੇਲੇ ਇਹ ਸਮਝਿਆ ਕਿ ਹੁਣ ਹੋਰ ਜਲਾਲਤ ਨਾਲੋਂ ਬਿਹਤਰ ਆ ਕਿ ਆਪਾਂ ਆਪਣੇ ਘਰਾਂ ਨੂੰ ਚਲੇ ਜਾਈਏ ਤੇ ਉਹ ਆਪਣੀ ਗੱਡੀ ਮੋੜ ਕੇ ਵਾਪਸ ਲੈ ਗਏ। ਉਸ ਤੋਂ ਬਾਅਦ ਚਲੋ ਕਈ ਵਾਰੀ ਬੰਦੇ ਨੂੰ ਗੁੱਸਾ ਮਸਾਲਾ ਹੁੰਦਾ ਹੈ। ਰਾਜਾ ਵੜਿੰਗ ਹੋਰੀ ਆਏ ਤੇ ਉਹਨਾਂ ਨੇ ਆ ਕੇ ਡਾਂਟ ਡਪਟ ਕੀਤੀ ਪੁਲਿਸ ਵਾਲਿਆਂ ਦੀ ਵੀ ਤੁਸੀਂ ਇਹ ਕੀ ਕਰਦੇ ਹੋ। ਤੇ ਪੁਲਿਸ ਵਾਲੇ ਕਹਿੰਦੇ ਜੀ ਗੇਟ ਖਰਾਬ ਸੀ। ਅੱਛਾ, ਗੇਟ ਨਹੀਂ ਖੁੱਲਿਆ। ਤੇ ਫਿਰ 5 ਮਿੰਟਾਂ ਬਾਅਦ ਗੇਟ ਖੁੱਲ ਵੀ ਗਿਆ। ਕਿਵੇਂ ਖੁੱਲ ਗਿਆ? ਉਹ ਕਿਵੇਂ ਠੀਕ ਹੋ ਗਿਆ? ਰਾਜਾ ਵੜਿੰਗ ਹੋਰੀ ਕਹਿੰਦੇ ਹੈ ਕਿ ਅਸਲ ਦੇ ਵਿੱਚ ਸਰਕਾਰ ਦੇ ਕਹਿਣ ਤੇ ਪੁਲਿਸ ਨੇ ਜਾਣਬੁੱਝ ਕੇ ਇਹ ਕਾਰਵਾਈ ਕੀਤੀ ਹੈ। ਤੁਸੀਂ ਦੱਸਿਆ ਨੇ ਵੀ ਉਹਨਾਂ ਨੇ ਕਿਹਾ ਸਾਨੂੰ ਸਿਕਿਉਰਿਟੀ ਦੀ ਲੋੜ ਨਹੀਂ। ਹੁਣ ਵੱਡੀ ਗੱਲ ਇਹ ਹੈ ਕਿ ਜਿਹੜੀ ਉਹ ਪੁਲਿਸ ਉੱਥੇ ਤਾਇਨਾਤ ਹੈ ਜੀ, ਪੁਲਿਸ ਉਹ ਪੰਜਾਬ ਦੀ ਹੈ ਕਿ ਚੰਡੀਗੜ੍ਹ ਦੀ ਹੈ, ਇਹ ਵੀ ਦੇਖਣ ਵਾਲੀ ਗੱਲ ਹੈ।
ਪੰਜਾਬ ਦੀ ਪੁਲਿਸ ਆ ਤਾਂ ਉਹ ਪੰਜਾਬ ਦੀ ਪੁਲਿਸ ਵਾਲੇ ਵੀ ਤਾਇਨਾਤ ਹੋ ਸਕਦੇ, ਲੇਕਿਨ ਚੰਡੀਗੜ੍ਹ ਦੀ ਜੂਰੀਡਿਕਸ਼ਨ ਜੂਰੀਡਿਕਸ਼ਨ ਉਹਨਾਂ ਨੇ ਕਿਹਾ ਅਸੀਂ ਅਫਸਰਾਂ ਨਾਲ ਵੀ ਗੱਲ ਕਰਾਂਗੇ ਜੀ, ਸਾਨੂੰ ਨਹੀਂ ਇਹ ਚਾਹੀਦੇ। ਹੁਣ ਦੇਖਦੇ ਤਾਂ ਇਹ ਆ ਵੀ ਉੱਥੋਂ ਪੰਜਾਬ ਪੁਲਿਸ ਆਪਦੀ ਜਿਹੜੀ personal ਪੁਲਿਸ ਵੀ ਲਾ ਸਕਦੇ। ਵੀ ਉਹ ਹਟਦੀ ਹੈ ਕਿ ਨਹੀਂ ਹਟਦੀ, ਹਟਾਉਂਦੇ ਜਾਂ ਨਹੀਂ ਹਟਾਉਂਦੇ। ਨਹੀਂ ਤਾਂ ਨਾਲ ਉੱਥੇ ਇੱਕ ਬੰਦਾ ਖੜਾ ਵੈਸੇ ਬੰਦੇ ਹੈ ਕਿੰਨੇ ਕੁ 18 ਤਾਂ MLA ਹੈ ਤੇ 18 MLA ਦੇ ਵਿੱਚ ਇੱਕ ਵਿਰੋਧੀ ਧਿਰ ਦਾ ਆਗੂ ਹੈ ਜੀ। ਆਪਣੇ ਬੱਚੇ ਗੱਡੀਆਂ ਤੋਂ ਹੀ ਲੱਗ ਜਾਂਦੀਆਂ, ਹਾਂ ਐਡੇ ਲੱਗ ਜਾਂਦੀ, ਖੈਰ ਉਹਦੀ ਗੱਲ ਨਹੀਂ। ਹੁਣ ਇਹ ਗੱਲ ਤਾਂ ਲੱਗਦੀ ਹੈ ਸਧਾਰਨ ਕਿ ਬੰਦੇ ਨੂੰ ਇਹ ਚਲੋ ਉਦੋਂ ਗੁੱਸਾ ਕੀਤਾ ਉਹਨੇ ਤੇ ਘਰੇ ਚਲਾ ਗਿਆ ਤੇ ਸ਼ਾਇਦ ਰਾਜਾ ਵੜਿੰਗ ਨੇ ਜਾ ਕੇ ਬਾਅਦ ਵਿੱਚ ਗੱਲਬਾਤ ਵੀ ਕੀਤੀ ਹੋਈ। ਜੀ ਜੀ। ਉਸ ਤੋਂ ਬਾਅਦ ਕੀ ਹੋਇਆ ਕਿ ਵਿਜੀਲੈਂਸ ਹੈੱਡਕੁਆਟਰ ਦੇ ਸਾਹਮਣੇ ਜਿਹੜਾ ਉਹ ਜਲਸਾ ਹੋਇਆ, ਉਸ ਜਲਸੇ ਦੇ ਵਿੱਚ ਤਿੰਨੇ ਆਗੂ ਹੈ ਨਹੀਂ। ਪ੍ਰਤਾਪ ਸਿੰਘ ਬਾਜਵਾ ਵੀ ਨਹੀਂ ਗਿਆ। ਅੱਛਾ, ਕਾਰ ਵਾਲੇ ਤੇ ਨਹੀਂ ਹੈ ਨਹੀਂ। ਪ੍ਰਤਾਪ ਸਿੰਘ ਬਾਜਵਾ ਵੀ ਨਹੀਂ ਗਿਆ, ਸਾਬਕਾ ਸਪੀਕਰ ਰਾਣਾ KP ਸਿੰਘ ਵੀ ਨਹੀਂ ਗਏ ਔਰ OP ਸੋਨੀ ਵੀ ਨਹੀਂ ਗਏ ਜੀ। ਬਾਜਵਾ ਸਾਹਿਬ ਕਰਤਾ ਰਹੇ ਸੀ ਰਾਜਾ ਵੜਿੰਗ। ਮੈਨੂੰ ਵੀ ਭੁਲੇਖਾ ਇਹ ਸੀ ਕਿ ਸ਼ਾਇਦ ਬਾਜਵਾ ਸਾਹਿਬ ਪਹੁੰਚ ਗਏ ਹੁਣ, ਪਰ ਉਹ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸੀ। ਹੁਣ ਇਹ ਤੋਂ ਪਹਿਲਾਂ ਜੇ ਆਪਾਂ ਦੇਖੀਏ ਤਾਂ ਕਾਂਗਰਸ ਪਾਰਟੀ ਦੇ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਰਹੇ। ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਸਾਰੇ ਇਕਮੁੱਠ ਹੋ ਗਏ, ਉਹਨੂੰ ਲਾਤਾ ਜੀ। ਕੈਪਟਨ ਦੇ ਲਾਉਣ ਤੋਂ ਬਾਅਦ ਮੁੱਖ ਮੰਤਰੀ ਕਿਹਨੂੰ ਬਣਾਇਆ ਜਾਵੇ, ਇਸ ਮੁੱਦੇ ਤੇ ਕਾਂਗਰਸ ਪਾਰਟੀ ਕਈ ਹਿੱਸਿਆਂ 'ਚ ਵੰਡੀ ਗਈ ਸੀ ਜੀ। ਜਿਹੜੇ ਉਹਨਾਂ ਦੇ ਅਬਜ਼ਰਵਰ ਆਏ ਸੀ ਉਹ ਪੁੱਛਣ ਲੱਗੇ MLAs ਨੂੰ, 42 MLAs ਨੇ ਕਹਿਤਾ ਜੀ ਬਣਾ ਦਿਓ ਜਾਖੜ ਨੂੰ ਜੀ। ਜਾਖੜ ਨੂੰ ਇਗਨੋਰ ਕਰਤਾ। ਫਿਰ ਆ ਗਿਆ ਜੀ ਰੰਧਾਵੇ ਨੂੰ ਬਣਾ ਦਿਓ, ਸੁਖਜਿੰਦਰ ਸਿੰਘ ਰੰਧਾਵੇ ਨੂੰ। ਉਹ ਤੇ ਢਿੱਕਾ ਪਤਾ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਿ ਜੇ ਜੱਟ ਨੂੰ ਬਣਾਉਣਾ ਤੇ ਫਿਰ ਮੈਂ ਵੀ ਜੱਟ ਤੇ ਇਹ ਵੀ ਜੱਟ, ਦੋਨੇ ਹਿੰਦੂ ਨੂੰ ਤੁਸੀਂ ਪਹਿਲਾਂ ਕੱਟਤਾ। ਉਹ ਬੀਬੀ ਨੇ ਕਿਹੜੀ ਜੀ ਦਿੱਲੀ ਬੈਠੀ ਹੈ ਅੰਬਿਕਾ ਸੋਨੀ ਨੇ ਕਹਿਤਾ ਜੀ ਉਹ ਨਹੀਂ ਚਾਹੀਦਾ। ਅਲਟੀਮੇਟਲੀ ਜਿਹੜੀ ਹੈਗੀ ਆ ਗੁਣਾ ਪੈ ਗਿਆ ਚਰਨਜੀਤ ਸਿੰਘ ਚੰਨੀ ਹੋਰਾਂ ਦਾ, ਬਣਾਤਾ ਉਹਨੂੰ ਜਿਹਨੂੰ ਸਭ ਤੋਂ ਘੱਟ ਵੋਟਾਂ ਪਈਆਂ। ਇੱਕ ਉਹਦੀ ਆਪ ਦੀ ਸੀ ਤੇ ਦੂਜੀ ਮੇਰਾ ਖਿਆਲ ਮਨਪ੍ਰੀਤ ਬਾਦਲ ਦੀ ਹੋਣੀ, ਤੀਜੀ ਤਾਂ ਵੋਟਾਂ ਨਹੀਂ ਸੀ। ਉਹ 2 ਵੋਟਾਂ ਵਾਲਾ ਜਦੋਂ ਬਣਾ ਦਿੱਤਾ, ਉਹਨੂੰ ਮੁੱਖ ਮੰਤਰੀ ਬਣਾ ਦਿੱਤਾ ਤੇ ਉਹ ਮੁੱਖ ਮੰਤਰੀ ਹਫ਼ਤਾ ਤੱਕ ਤਾਂ ਚੱਲਿਆ। ਕਾਂਗਰਸ ਪਾਰਟੀ ਸਾਰੀ ਨਾਲ ਚੰਨੀ ਬਾਈ ਸਿੱਧੂ ਸਾਹਿਬ ਵੀ ਕਰਦੇ ਸੀ ਜੀ। ਪਰ ਫਿਰ ਅੜਿੱਕਾ ਪੈ ਗਿਆ ਤੇ ਅੜਿੱਕਾ ਇਹੋ ਜਿਹਾ ਪਿਆ ਕਿ ਇੱਕ ਦੂਜੇ ਨਾਲ ਬੋਲਣੋਂ ਹੀ ਬੰਦ ਹੋ ਗਏ। ਅੱਛਾ ਜੀ। ਤੇ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਲੱਗੇ। ਖੈਰ ਕਾਂਗਰਸ ਚੋਣਾਂ ਹੋ ਗਈਆਂ, ਕਾਂਗਰਸ ਪਾਰਟੀ ਹਾਰ ਗਈ। ਹਾਰਨ ਤੋਂ ਬਾਅਦ ਰਾਜੇ ਵੜਿੰਗ ਨੂੰ ਚੀਫ ਮਿਨਿਸਟਰ ਬਣਾਤਾ। ਅੱਛਾ ਜੀ। ਰਾਜੇ ਵੜਿੰਗ ਦੇ ਚੀਫ ਮਿਨਿਸਟਰ ਬਣਨ ਤੋਂ ਬਾਅਦ ਵੀ ਪ੍ਰੈਜ਼ੀਡੈਂਟ ਸੌਰੀ ਮਾਫ ਕਰਨਾ, ਉਹਨੂੰ ਬਣਾਤਾ ਪ੍ਰੈਜ਼ੀਡੈਂਟ ਬਣਾਤਾ ਪ੍ਰਦੇਸ਼ ਕਾਂਗਰਸ ਕਮੇਟੀ ਦਾ। ਤੇ ਫਿਰ ਤੁਰੰਗ ਹੋ ਗਏ ਸਿੱਧੂ ਸਾਹਿਬ। ਚਲੋ ਇਹ ਉਹਨਾਂ ਦੀ ਬਦਕਿਸਮਤੀ ਹੈ ਵੀ ਉਹਨਾਂ ਨੂੰ ਸਜ਼ਾ ਹੋ ਗਈ, ਉਹ ਪੁਰਾਣੇ ਕੇਸ ਦੇ ਵਿੱਚੋਂ ਜੇਲ੍ਹ ਚਲੇ ਗਏ। ਰਾਜਾ ਵੜਿੰਗ ਮਿਲਣ ਵਾਸਤੇ ਜਾਂਦਾ, ਉਹ ਮਿਲਣ ਤੋਂ ਇਨਕਾਰ ਕਰ ਦਿੰਦੇ। ਇਹ ਮੇਲ ਮਿਲਾਪ ਨਹੀਂ ਹੁੰਦੇ। ਇਹਦੇ ਤੋਂ ਇਉਂ ਲੱਗਦਾ ਕਿ ਕਾਂਗਰਸ ਪਾਰਟੀ ਸਭ ਅੱਛਾ ਨਹੀਂ ਹੈ। ਆਹ ਜਿਹੜੀ ਨਵੀਂ ਗੱਲ ਬਣ ਗਈ, ਇਹ ਤੋਂ ਇਹ ਲੱਗਦਾ ਕਿ ਕਾਂਗਰਸ ਪਾਰਟੀ ਦੇ ਵਿੱਚ ਨਵੀਂ ਸਫਬੰਦੀ ਸ਼ੁਰੂ ਹੋ ਗਈ ਹੈ ਔਰ ਇਹ ਕਾਟੋ ਕਲੇਸ਼ ਜਿਹੜਾ ਪਹਿਲਾਂ ਸੀ, ਕਾਟੋ ਕਲੇਸ਼ ਹੋਰ ਵਧੂਗਾ। ਅਰੇ ਮੰਨਣਾ ਪਊ ਆਪਾਂ ਨੂੰ ਕਿ ਇਸ ਵੇਲੇ ਕਾਂਗਰਸ ਪਾਰਟੀ ਦੇ ਵਿੱਚ ਕੋਈ ਵੀ ਜੀ ਐਡੇ ਮਤਲਬ ਆਪਾਂ ਜਿਹਨੂੰ ਕਹਿ ਦਈਏ ਵੀ ਜਿਹਦਾ ਤਪ ਤੇਜ ਇੰਨਾ ਜ਼ਿਆਦਾ ਹੋਵੇ ਕਿ ਸਾਰੇ ਉਹਨੂੰ ਲੀਡਰ ਮੰਨਣ। ਮੇਰਾ ਖਿਆਲ ਹੈ ਵੀ ਤਪ ਤੇਜ ਦੇ ਪੱਖ ਤੋਂ ਸਾਰੇ ਇੱਕੋ ਜਿਹੇ ਸਾਰੇ ਮੁੱਖ ਮੰਤਰੀ ਸਾਰੇ ਪ੍ਰਧਾਨ। ਹੁਣ ਉਹਨਾਂ ਦੇ ਵਿੱਚੋਂ ਪ੍ਰਧਾਨ ਤਾਂ ਰਾਜਾ ਵੜਿੰਗ ਹੈ ਤੇ ਵਰਕਿੰਗ ਪ੍ਰਧਾਨ ਸੀ ਭਾਰਤ ਭੂਸ਼ਣ ਆਸ਼ੂ। ਅੱਛਾ, ਉਹ ਵਰਕਿੰਗ ਪ੍ਰਧਾਨ ਸੀ ਨਾ, ਤੇ ਵਰਕਿੰਗ ਪ੍ਰਧਾਨ ਸਾਹਿਬ ਅੰਦਰ ਹੈ। ਹੁਣ ਇਹਦੇ ਤੇ ਕਿਉਂਕਿ ਇੱਥੇ ਜੇ ਡਿਸਪਲਿਨ ਰਾਜੇ ਵੜਿੰਗ ਦਾ ਬਣਦਾ ਹੈ ਵਿਧਾਨ ਇਹਦੇ ਚ ਕਾਂਗਰਸ ਦਫ਼ਤਰ ਦੇ ਵਿੱਚ ਜੀ, ਵਿਧਾਨ ਸਭਾ ਦੇ ਵਿੱਚ ਤਾਂ ਫਿਰ ਜਿਹੜਾ ਹੈਗਾ ਜੀ ਉਹ ਅਧਿਕਾਰ ਖੇਤਰ ਜਿਹੜਾ ਹੈਗਾ ਪ੍ਰਤਾਪ ਸਿੰਘ ਬਾਜਵੇ ਦਾ, ਉੱਥੇ ਸਮਾਂ ਪ੍ਰਤਾਪ ਸਿੰਘ ਬਾਜਵੇ ਨੇ ਦੇਣਾ ਕਿ ਕਿਹਨੇ ਬੋਲਣਾ ਤੇ ਫਿਰ ਉਹ ਬੋਲਣ ਬੁਲਾਉਣ ਦੇ ਮਾਮਲੇ ਦੇ ਵਿੱਚ ਵਿਤਕਰੇਬਾਜ਼ੀ ਉੱਥੇ ਵੀ ਕੁਝ ਹੋ ਸਕਦਾ ਹੈ ਜੀ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਲਾਈਵ ਜੁੜੇ ਹੋ। ਮਾਲਵਾ ਟਰੱਕ ਲਾਈਨ ਐਂਡ ਟ੍ਰੇਲਰ ਰਿਪੇਅਰ 10224 ਰੈਜ਼ੀਡੈਂਸੀ ਰੋਡ ਮਨਾਸਸ ਦੇ ਉੱਤੇ ਹੈ ਜੀ, ਹਾਈਵੇ 66 ਐਗਜ਼ਿਟ 43 ਤੇ ਤੁਸੀਂ ਇੱਥੋਂ ਆਪਣੇ ਟਰੱਕ ਦੀ ਜਾਂ ਟ੍ਰੇਲਰ ਦੀ ਜਾਂ ਫਿਰ ਰੀਫਰ ਦੀ ਰਿਪੇਅਰ ਕਰਾ ਸਕਦੇ ਹੋ। ਰੀਫਰ ਦੀ ਗੈਸ ਰੀਫਿਲ ਕਰਾ ਸਕਦੇ ਹੋ। ਡੈਫ ਕਲੀਨਿੰਗ ਤੋਂ ਇਲਾਵਾ ਇੰਜਨ ਰੀਬਿਲਟ ਤੋਂ ਲੈ ਕੇ ਟਰਾਂਸਮਿਸ਼ਨ ਬ੍ਰੇਕਾਂ ਤੱਕ ਕਲੱਚ ਓਵਰਹਾਲ ਵੀ ਕਰਵਾ ਸਕਦੇ ਹੋ। ਸੋ ਫੋਨ ਨੰਬਰ 8043728800 ਦੇ ਉੱਤੇ ਕਾਲ ਕਰ ਲਓ। ਰੇਡੀਓ ਪੰਜਾਬ ਟੂਡੇ ਦਾ ਹਵਾਲਾ ਦੇਣਾ ਭੁੱਲਣਾ ਨਾ। ਪੰਜਾਬ ਟਰੱਕ ਐਂਡ ਟ੍ਰੇਲਰ ਰਿਪੇਅਰ 1315 ਵੈਸਟਰਨ ਹਨਾ ਐਵੀਨਿਊ ਇੰਡੀਅਨੈਪੋਲਿਸ। ਇਹਨਾਂ ਦਾ ਇੱਕੋ ਇੱਕ ਨਿਸ਼ਾਨਾ ਗਰੰਟਡ ਗ੍ਰੇਟ ਐਂਡ ਕੁਇਕ ਸਰਵਿਸ, ਜਿੱਥੇ ਤੁਸੀਂ ਤਮਾਮ ਮਕੈਨੀਕਲ ਕੰਮਾਂ ਦੇ ਨਾਲ DOT ਸੇਫਟੀ ਲਈ ਵੀ ਸੰਪਰਕ ਕਰ ਸਕਦੇ ਹੋ। 3179797205 ਜਾਂ 6612045818 ਤੇ ਕਾਲ ਕਰ ਸਕਦੇ ਹੋ। ਜੇਕਰ ਤੁਹਾਡਾ ਟਰੱਕ ਰਾਹ ਖੇੜੇ ਖਰਾਬ ਹੋ ਗਿਆ ਤਾਂ ਇਹ ਤੁਹਾਨੂੰ ਟੋ ਟਰੱਕ ਦਾ ਇੰਤਜ਼ਾਮ ਵੀ ਕਰਕੇ ਦਿੰਦੇ ਨੇ। ਤੇ ਹੁਣ ਢਿੱਲੋਂ ਸਾਹਿਬ, ਕੱਲ੍ਹ ਮੈਂ ਦੇਖ ਰਿਹਾ ਸੀ ਦਿੱਲੀ ਦੀਆਂ ਅੰਦਰੂਨੀ ਸੜਕਾਂ ਦੇ ਉੱਤੇ ਕਿਸਾਨਾਂ ਦਾ ਜਿਹੜਾ ਹੜ੍ਹ ਆਇਆ ਹੋਇਆ ਸੀ। ਬਿਲਕੁਲ ਦਾਨੇਲੀਆ ਸਾਹਿਬ, ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਹੈ ਕਿ ਪੰਜਾਬ ਦੀ ਕਿਸਾਨ ਲਹਿਰ ਇਕਮੁੱਠ ਨਹੀਂ ਜੀ।
ਤੇ ਇਹਦੇ ਇਕਮੁੱਠ ਨਾ ਹੋਣ ਦੀ ਵਜ੍ਹਾ ਕਾਰਨ ਭਾਰਤ ਸਰਕਾਰ ਹੈ ਜਿਹੜੀ ਆਕੜੀ ਵੀ ਆਕੜੀ ਹੈ। ਕੱਲ ਘਟਨਾਵਾਂ ਦੋ ਵਾਪਰੀਆਂ ਜੀ। ਕੱਲ ਹੀ ਉਸ ਕਮੇਟੀ ਦੀ ਮੀਟਿੰਗ ਵੀ ਸੀ ਹੂੰ ਜਿਹੜੀ ਕਹਿੰਦੇ ਜੀ ਅਸੀਂ MSP ਬਾਰੇ ਕਮੇਟੀ ਬਣਾਤੀ। ਅੱਛਾ ਹੈ। ਕਿਸਾਨ ਭਾਈਚਾਰੇ ਨੇ ਉਹਦਾ ਕਰਤਾ ਬਾਈਕਾਟ। ਕਿਹੜਾ ਕਿਸਾਨ ਭਾਈਚਾਰਾ? ਸੰਯੁਕਤ ਕਿਸਾਨ ਮੋਰਚਾ। ਕਿਉਂ ਕੀਤਾ ਬਾਈਕਾਟ? ਉਹ ਬਾਈਕਾਟ ਇਸ ਕਰਕੇ ਕੀਤਾ ਕਿ ਜਿਸ ਵੇਲੇ ਕਿਸਾਨ ਸਰਹੱਦਾਂ ਤੇ ਬੈਠੇ ਸੀ ਜੀ, ਬਾਬੇ ਨਾਨਕ ਦਾ ਪ੍ਰਕਾਸ਼ ਪੁਰਬ ਆ ਗਿਆ, ਪ੍ਰਧਾਨ ਮੰਤਰੀ ਸਾਹਿਬ ਪਹਿਲਾਂ ਤਾਂ ਪੂਰੀ ਤਰ੍ਹਾਂ ਡਟੇ ਹੋਏ ਸੀ ਜੀ, ਕੋ ਨਾ ਮਾਨੂੰ। ਅਖੀਰ ਜਦੋਂ ਦੇਖ ਲਿਆ ਵੀ ਸਾਲ ਸਵਾ ਸਾਲ ਦਾ ਵਕਫਾ ਹੋ ਗਿਆ ਜੀ, ਇਹ ਬੰਦੇ ਤਾਂ ਉੱਠਣ ਦਾ ਨਾਂ ਹੀ ਨਹੀਂ ਲੈਂਦੇ ਤੇ ਸਥਾਨਕ ਲੋਕਾਂ ਦੇ ਵਿੱਚ ਵੀ ਇਹ ਰਚ ਵਿੱਚ ਗਏ ਜੀ, ਔਰ ਕੋਸ਼ਿਸ਼ ਵੀ ਕੀਤੀ ਕਿ ਸਥਾਨਕ ਲੋਕਾਂ ਦਾ ਤੇ ਕਿਸਾਨਾਂ ਦਾ ਆਪਸ ਵਿੱਚ ਟਕਰਾਅ ਕਰਾਇਆ ਜਾਵੇ। ਬਹੁਤ ਕੁਝ ਬੰਦੇ ਬੜੇ ਕੁਛ ਕੀਤੇ ਗਏ, ਉਹਦੇ ਬਾਵਜੂਦ ਵੀ ਉਹਦੇ 'ਚ ਉਹਨਾਂ ਨੂੰ ਸਫਲਤਾ ਨਹੀਂ ਮਿਲੀ ਕਿਉਂਕਿ ਜੇ ਸਥਾਨਕ ਲੋਕਾਂ ਦੇ ਉੱਤੇ ਥੋੜਾ ਜਿਹਾ ਉਹਨਾਂ ਨੇ ਪ੍ਰਭਾਵ ਪਾਇਆ ਵੀ, ਗੜਬੜ ਕਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਕਈ ਵਾਰੀ ਇਹ ਗੱਲਾਂ ਵੀ ਹੋਈਆਂ ਜੀ ਕਿ ਰਾਹ ਰੁਕੇ ਹੋਏ ਹੈ। ਕੋਈ ਲੜਕੀ ਆ ਗਈ, ਉਹ ਲੜਕੀ ਦੀ ਅੱਗੇ ਇਮਤਿਹਾਨ ਦੇਣਾ ਉਹਨੇ, ਉਹ ਲੇਟ ਹੋ ਰਹੀ ਹੈ ਤੇ ਕਿਸਾਨ ਫਿਰ ਬਦਲਵੇਂ ਰਾਹਾਂ ਦੇ ਵਿੱਚ ਦੀ ਆਪਦੇ ਸਾਧਨਾਂ ਦੇ ਰਾਹੀਂ ਲਿਜਾ ਕੇ ਉਹਨੂੰ ਲੈ ਕੇ ਜਾਂਦੇ ਔਰ ਫਗਵਾੜੇ ਦੀ ਗੱਲ ਹੈ। ਹਾਂ ਫਗਵਾੜੇ ਦੀ ਗੱਲ ਹੈ। ਉਹ ਫਿਰ ਉੱਥੇ ਵੀ ਇੱਥੇ ਵੀ ਇਦਾਂ ਹੋਇਆ ਸੀ, ਤੁਹਾਡੇ ਦਿੱਲੀ ਵੀ ਹੋਇਆ ਸੀ। ਉਹ ਲੜਕੀ ਕਹਿੰਦੀ ਵੀ ਤੁਸੀਂ ਇਹਨਾਂ ਦਾ ਵਿਰੋਧ ਕਰਦੇ ਨੇ ਤਾਂ ਮੇਰਾ ਨਹੀਂ ਮਦਦ ਕੀਤੀ ਹੈ, ਤੁਸੀਂ ਕਰ ਹੀ ਨਹੀਂ ਸਕਦੇ। ਤਾਂ ਲੋਕ ਸਥਾਨਕ ਲੋਕ ਫਿਰ ਭੁੱਲ ਗਏ ਕਿ ਸਾਨੂੰ ਸਰਕਾਰਾਂ ਲੜਾਉਣਾ ਚਾਹੁੰਦੀਆਂ। ਸੁਪਰੀਮ ਕੋਰਟ 'ਚ ਵੀ ਗਏ, ਕਦੇ ਕਿਤੇ ਪਟੀਸ਼ਨ ਪਵਾਤੀ, ਕਦੇ ਪਟੀਸ਼ਨ ਕਿਤੇ ਪਵਾਤੀ। ਅਖੀਰ ਜਦੋਂ ਦੇਖ ਲਿਆ ਕਿ 750 ਬੰਦੇ ਦੀ ਹੋ ਗਈ ਹੈ ਮੌਤ ਜੀ, ਇਹਦੇ ਬਾਵਜੂਦ ਵੀ ਇਹ ਡਟੇ ਹੈ ਤੇ ਵਧੀ ਚੱਲਦੇ ਹੈ। ਉਹ ਕੱਟਤੇ ਵੀ ਚਲੋ ਤੇ ਵੜਤੇ ਵੀ ਚਲੋ, ਜਿਹੜੀ ਉਹ ਇੱਕ ਗੀਤ ਹੈ ਉਹਦੇ ਮੁਤਾਬਕ ਇਹ ਤਾਂ ਬੰਦੇ ਜਿਹੜੇ ਹੈਗੇ ਆ ਚਲੋ ਤੇਰਾ ਭਾਣਾ ਮਿੱਠਾ ਲਾ ਕੇ ਕਹਿ ਕੇ ਡੈਡ ਬੋਡੀ ਤੋੜ ਦਿੰਦੇ ਘਰ ਨੂੰ ਜੀ ਜੀ, ਔਰ ਬਾਕੀ ਡਟੇ ਬੈਠੇ। ਇੱਕ ਤਾਂ ਲੰਬੀ ਹਲਕੇ ਦੀ ਸਥਿਤੀ ਇਹ ਹੋ ਗਈ ਸੀ, ਦਾਨੇ ਵਾਲੀਆ ਸਭ ਲੰਬੀ ਹਲਕੇ ਦਾ ਇੱਕ ਕਿਸਾਨ ਬਾਰਡਰ ਦੇ ਉੱਤੇ ਡਟਿਆ ਹੋਇਆ ਸੀ। ਪੁੱਤ ਦਾ ਡਟਿਆ ਸੀ ਸਰਹੱਦ ਤੇ, ਪੁੱਤ ਨੂੰ ਲੱਗੀ ਗੋਲੀ, ਉਹ ਕਸ਼ਮੀਰ ਦੇ ਵਿੱਚ ਉਹਦੀ ਸ਼ਹਾਦਤ ਹੋ ਗਈ, ਡੈਡ ਬੋਡੀ ਆ ਗਈ। ਪਿਓ ਕਹਿੰਦਾ ਵੀ ਚਲੋ ਉਹ ਤਾਂ ਗਿਆ ਦੇਸ਼ ਦੀ ਰਾਖੀ ਕਰਦਾ, ਤਾਂ ਮੈਂ ਭਾਈ ਮੈਂ ਵੀ ਇਹ ਕੁਛ, ਤੇ ਪਿਓ ਉੱਥੇ ਡਟਿਆ ਰਿਹਾ ਸੀ ਕਿ ਮੈਂ ਮੋਰਚੇ ਤੇ। ਇਹਨਾਂ ਚੀਜ਼ਾਂ ਨੇ ਜਿਹੜਾ ਹੈਗਾ ਸਰਕਾਰ ਨੂੰ ਥੋੜਾ ਜਿਹਾ ਫਿਰ ਬੈਕ ਫੁੱਟ ਤੇ ਆਉਣਾ ਤੇ ਹੋਇਆ, ਬੈਕ ਗੇਅਰ ਪਾਉਣਾ ਪੈ ਗਿਆ। ਚਲੋ ਬਹਾਨਾ ਆ ਗਿਆ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਦੇ ਉੱਤੇ ਪ੍ਰਧਾਨ ਮੰਤਰੀ ਸਾਹਿਬ ਨੇ ਮਾਫੀ ਵੀ ਮੰਗ ਲਈ, ਕਾਲੇ ਕਾਨੂੰਨ ਵਾਪਸ ਲੈਣ ਦੀ ਗੱਲ ਵੀ ਕਰ ਲਈ ਤੇ ਇਹ ਵੀ ਕਹਿਤਾ ਸੀ ਕਿ ਅਸੀਂ ਇਹ ਜਿਹੜਾ ਹੈਗਾ MSP ਵੀ ਭਾਈ ਬਣਾਵਾਂਗੇ, ਕਿਸਾਨਾਂ ਨੂੰ ਮੁਆਵਜ਼ਾ ਵੀ ਦੇਵਾਂਗੇ, ਜਿਹੜੇ ਪੁਰਾਣੇ ਕੇਸ ਆ ਉਹ ਵੀ ਖਤਮ ਕਰਾਂਗੇ, ਟੈਣੀ ਦੇ ਖਿਲਾਫ ਵੀ ਕਾਰਵਾਈ ਹੋਊਗੀ ਜਿਹੜੀ ਉਸ ਲਖੀਮਪੁਰੀ ਵਾਲੀ ਗੱਲ ਹੈ। ਸਾਰਾ ਕੁਝ ਕਰਕੇ ਅਖੀਰ ਚਿੱਠੀਆਂ ਲਾਗੇ ਪਾਉਣ ਕਿ ਲਿਆਓ ਜੀ ਤੁਸੀਂ ਆਪਣੇ ਨਾ 2-3 ਬੰਦਿਆਂ ਦੇ ਨਾਂ ਦੇ ਦਿਓ ਸੰਯੁਕਤ ਕਿਸਾਨ ਮੋਰਚੇ ਵਾਲੇ, ਆਪਾਂ MSP ਵਾਲੀ ਕਮੇਟੀ ਬਣਾਉਣੀ ਹੈ। ਕਿਸਾਨਾਂ ਨੂੰ ਪਤਾ ਸੀਗਾ ਕਿ ਸਾਡੇ ਨਾਲ ਚਲਾਕੀ ਕਰਨਗੇ ਜੀ। ਉਹ ਕਹਿੰਦੇ ਜੀ ਪਹਿਲਾਂ ਤਾਂ ਇਹ ਦੱਸੋ ਕਿ ਇਸ ਕਮੇਟੀ ਦਾ ਚੇਅਰਮੈਨ ਕੌਣ, ਇਹਦੇ ਮੈਂਬਰ ਕਿੰਨੇ ਹੋਣਗੇ, ਇਹ ਕਮੇਟੀ ਰਿਕਮੈਂਡੇਟਰੀ ਹੋਊਗੀ ਜਾਂ ਫੈਸਲਾ ਲੈਣ ਦੀ ਸਮਰੱਥ ਹੋਊਗੀ, ਇਹ ਸਾਰੀਆਂ ਚੀਜ਼ਾਂ ਦੱਸੋ ਤੇ ਫਿਰ ਅਸੀਂ ਤੁਹਾਨੂੰ ਆਪਣੇ ਪ੍ਰਤੀਨਿਧ ਦੇਵਾਂਗੇ। ਐ ਨਹੀਂ ਜਿਵੇਂ ਤੁਸੀਂ ਸਾਨੂੰ ਆਪਣੇ ਜਾਲ 'ਚ ਫਸਾਉਣਾ ਚਾਹੁੰਦੇ, ਅਸੀਂ ਤੰਦੂਏ ਜਾਲ 'ਚ ਫਸਦੇ ਨਹੀਂ। ਉਹਨਾਂ ਨੇ ਦੱਸਿਆ ਨਹੀਂ ਜੀ। ਅਖੀਰ ਉਹਨਾਂ ਨੇ ਇੱਕ ਪਾਸੜ ਕਮੇਟੀ ਬਣਾਤੀ, 3 ਥਾਵਾਂ ਖਾਲੀ ਰੱਖਤੀਆਂ ਸੰਯੁਕਤ ਕਿਸਾਨ ਮੋਰਚੇ ਵਾਸਤੇ ਤੇ ਬਾਕੀ ਜਿਹੜੀ ਕਮੇਟੀ ਬਣਾਤੀ ਉਸ ਕਮੇਟੀ ਦਾ ਸੰਜੇ ਅਗਰਵਾਲ ਤਾਂ ਲਾਤਾ ਇਹਨਾਂ ਨੇ ਚੇਅਰਮੈਨ, ਮੁਖੀਆ ਲਾਤਾ, ਜਿਹੜਾ ਬੰਦਾ ਪਹਿਲਾਂ ਸਾਬਕ ਜਦੋਂ ਇਹ ਕਿਸਾਨ ਅੰਦੋਲਨ ਚੱਲਦਾ ਸੀ ਉਦੋਂ ਖੇਤੀ ਸਕੱਤਰ ਹੁੰਦਾ ਸੀ, ਹੁਣ ਉਹ ਰਿਟਾਇਰ ਹੋ ਗਿਆ, ਉਹ ਤਾਂ ਕਾਰਪੋਰੇਟ ਸੈਕਟਰ ਦਾ ਸੇਵਾਦਾਰ ਹੈ। ਸਾਰੇ ਕਾਨੂੰਨ ਤਾਂ ਉਹ ਲੈ ਕੇ ਆਇਆ ਸੀ, ਉਹਨੂੰ ਤਾਂ ਮੁਖੀਆ ਬਣਾਤਾ, ਜਿਹੜਾ ਕਾਨੂੰਨ ਲੈ ਕੇ ਆਇਆ ਸੀ ਉਹਨੂੰ ਮੁਖੀਆ ਬਣਾਤਾ। ਠੀਕ ਹੈ। ਦੂਜੇ ਜਿਨ੍ਹਾਂ ਨੇ ਉਹਨਾਂ ਕਾਲੇ ਕਾਨੂੰਨਾਂ ਦੀ ਹਮਾਇਤ ਕੀਤੀ ਸੀ ਉਹਨਾਂ ਨੂੰ ਮੈਂਬਰਾਂ ਵਜੋਂ ਭਰਤੀ ਕਰਤਾ ਤੇ ਫਿਰ ਕਿਸਾਨ ਕਹਿੰਦੇ ਜੀ ਅਸੀਂ ਨਹੀਂ ਆਉਂਦੇ, ਅਸੀਂ ਲੈਣਾ ਦੇਣਾ ਕੀ ਇਸ ਤਰ੍ਹਾਂ ਦੀ ਲੜਾਈ ਲੜਾਂਗੇ ਤੇ ਉਹਦੇ ਮੁਤਾਬਿਕ ਹੀ ਗੱਲ ਕਰਾਂਗੇ। ਲਓ ਜੀ, ਕੱਲ ਜਿਹੜਾ ਉੱਥੇ ਜਮਘਟਾ ਹੋਇਆ ਕਿਸਾਨਾਂ ਦਾ, ਇਹਨੂੰ ਜੇ ਆਪਾਂ ਕਹਿ ਦਈਏ ਸਮੁੱਚੇ ਸੰਯੁਕਤ ਕਿਸਾਨ ਮੋਰਚੇ ਦਾ ਇਕੱਠ ਨਹੀਂ ਸੀਗਾ। ਇਹ ਤੁਹਾਡੇ ਯਾਦ ਹੋਣਾ ਇੱਥੇ ਆਪਣੇ ਬਠਿੰਡੇ ਪ੍ਰੈਸ ਕਲੱਬ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਗਏ ਸੀ ਜਗਜੀਤ ਸਿੰਘ ਡੱਲੇਵਾਲ ਹੋਰੀ, ਉਹਨਾਂ ਨੇ ਉਦੋਂ ਕਿਹਾ ਸੀਗਾ ਕਿ ਇਹ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਸੀ ਹੈ। ਜੀ ਬਿਲਕੁਲ, ਜਿਨ੍ਹਾਂ ਜਿਹੜੇ ਲੋਕ ਇਲੈਕਸ਼ਨਾਂ 'ਚ ਭਾਗ ਵਗੈਰਾ ਨਹੀਂ ਲੈਂਦੇ ਇਹ ਉਹ ਹੈ। ਤੇ ਇਸ ਮੋਰਚੇ ਨੂੰ ਵੀ ਕੱਲ ਪੂਰਾ ਹੁੰਗਾਰਾ ਮਿਲਿਆ। ਉਹਨਾਂ ਨੂੰ ਲੋਕਾਂ ਨੇ ਮਤਲਬ ਜਿਹੜਾ ਹੈਗਾ, ਤੁਸੀਂ ਵੇਖ ਲਓ ਦਿੱਲੀ ਦੀ ਬੁਰੀ ਹਾਲਤ ਹੋ ਗਈ ਸੀ। ਸ਼ੁਰੂ ਦੇ ਵਿੱਚ ਪਹਿਲਾਂ ਬੰਦਸ਼ਾਂ ਲਾਈਆਂ, ਬੈਰੀਕੇਡ ਖੜੇ ਕੀਤੇ, ਪੱਥਰ ਦੀਆਂ ਵੱਡੀਆਂ ਕੰਧਾਂ ਜਿਹੜੀਆਂ ਉਹ ਕੱਢਤੀਆਂ। ਚਲੋ ਜਿਹੜਾ ਫਿਰ ਲੋਕ ਰੋਹ ਹੈ ਨਹੀਂ ਐਤਕੀ ਕੱਲ ਵਾਲੀ ਗੱਲ ਹੈ ਜੀ। ਅੱਛਾ, ਕੱਲ ਵੀ ਲਾਏ ਨਾ ਲੋਕ ਰੋਹ ਦੇ ਸਾਹਮਣੇ, ਫਿਰ ਉਹ ਟਿਕ ਨਹੀਂ ਸਕਿਆ। ਫਿਰ ਕਹਿੰਦੇ ਜੀ ਚਲੋ ਆਉਣ ਦਿਓ। ਫਿਰ ਜੇ ਕੋਈ ਬੈਰੀਕੇਡ ਟੱਪ ਗਿਆ ਤੈਨੂੰ ਫੜ ਲਿਆ, ਕੋਈ 18-20 ਬੰਦੇ ਵੀ ਫੜ ਲਈ, ਰਿਕਵੈਸਟ ਕਹਿਤ ਕਿਸੇ ਹੋਰ ਕੰਮ ਆਉਂਦੇ ਸੀ ਉਹਨਾਂ ਨੂੰ ਵੀ ਰੋਕ ਲਿਆ। ਇਹਦੇ ਬਾਵਜੂਦ ਵੀ ਕਿਸਾਨਾਂ ਦਾ ਹੌਸਲਾ ਜਿਹੜਾ ਹੈਗਾ ਉਹ ਪੂਰਾ ਜ਼ਬਰਦਸਤ ਰਿਹਾ ਤੇ ਉਹਨਾਂ ਨੇ ਜੰਤਰ ਮੰਤਰ ਤੇ ਆਪਣੀ ਕਿਸਾਨ ਮਹਾਪੰਚਾਇਤ ਕੀਤੀ।
ਚਲੋ ਉਹਨਾਂ ਨੇ ਜਿਹੜੀਆਂ ਆਪਦੀਆਂ ਮੰਗਾਂ ਰੱਖਣੀਆਂ ਸੀ ਰੱਖੀਆਂ। ਹੁਣ ਅੱਗੇ ਗੱਲ ਇਹ ਹੈ ਕਿ ਕੱਲ ਹੀ ਇਹ ਖਬਰ ਆਈ ਸੀ ਕਿ ਬਲਵੀਰ ਸਿੰਘ ਰਾਜੇਵਾਲ ਹੋਰੀ ਜੀ ਉਹ ਜੀ ਆਪਣੇ ਵੇਰਕਾ ਦੇ ਪਲਾਂਟ ਦੇ ਸਾਹਮਣੇ ਉਹਨਾਂ ਨੇ ਮੋਰਚਾ ਮੋਹਾਲੀ ਲਾਇਆ ਹੋਇਆ ਸੀ। ਅੱਛਾ ਜੀ। ਪਾਣੀਆਂ ਦੇ ਮੁੱਦੇ ਤੇ ਕਿਸਾਨੀ ਦੇ ਜਿਹੜੇ ਹੈਗਾ ਇਸ ਵੇਲੇ ਦੁੱਧ ਦਾ ਮਾਮਲਾ ਹੈ। ਤੁਹਾਨੂੰ ਪਤਾ ਵੀ ਜਿਹੜੀ ਉਹ ਚਮੜੀ ਦਾ ਗਮੋੜੀ ਰੋਗ ਹੋਇਆ, ਉਹ ਗਮੋੜੀ ਰੋਗ ਨਾਲ ਪਸ਼ੂ ਮਰ ਗਏ, ਲੱਖਾਂ ਦੀ ਤਾਦਾਦ ਚ ਪਸ਼ੂ ਮਰ ਗਏ। ਸਰਕਾਰ ਕੀ ਹੈ ਕਿ ਸਰਕਾਰ ਨੇ ਅਣਗੌਲੀ ਕਰ ਛੱਡਿਆ। ਵੱਡੀ ਗੱਲ ਕੀ ਹੈ ਦਾਨੇਵਾਲੀਆ ਸਾਹਿਬ, ਸਿਆਣੇ ਬੰਦੇ ਇਹ ਗੱਲ ਕਹਿੰਦੇ ਹੈ ਕਿ ਇਹ ਜਿਹੜੀ ਹੈਗੀ ਹੈ ਛੂਤ-ਛਾਤ ਦੀ ਬਿਮਾਰੀ ਹੈ ਜੀ। ਜੇ ਕਿਸੇ ਪਸ਼ੂ ਦੀ ਮੌਤ ਵੀ ਹੋ ਜਾਂਦੀ ਹੈ ਤੇ ਉਸ ਪਸ਼ੂ ਨੂੰ ਧਰਤੀ 'ਚ ਦਫਨਾਓ। ਹੱਡਾ ਰੋੜੀ 'ਚ ਤਾਂ ਜਗ੍ਹਾ ਹੀ ਹੈ ਨਹੀਂ। ਕੁਝ ਥਾਵਾਂ ਦੇ ਉੱਤੇ ਤਾਂ ਲੋਕਾਂ ਨੇ ਆਪਣੇ ਖੇਤਾਂ 'ਚ ਜਿਹੜੇ ਅਗਾਂਹ ਵਧੂ ਕਿਸਾਨ ਹੈ ਜਿਹਨਾਂ ਨੂੰ ਪਤਾ, ਉਹਨਾਂ ਨੇ ਆਪਣੇ ਖੇਤਾਂ 'ਚ ਪਸ਼ੂ ਦਬਾ ਦਿੱਤੇ। ਲੇਕਿਨ ਇੰਨੀ ਤਾਦਾਦ ਦੇ ਵਿੱਚ ਪਸ਼ੂ ਹੋ ਗਏ ਤੇ ਇਹਨਾਂ ਨੂੰ ਕੋਈ ਪਤਾ ਨਹੀਂ ਕਿੰਨੇ ਮਰ ਗਏ। ਔਰ ਪੰਜਾਬ ਦੀ ਆਰਥਿਕਤਾ ਨੂੰ ਇਹਦੇ ਤੇ ਕਿੰਨੀ ਵੱਡੀ ਸੱਟ ਪਈ। ਬਹੁਤ ਵੱਡੀ। ਖੈਰ, ਕਿਸਾਨ ਆਗੂ ਆਪੋ ਆਪਣੇ ਥਾਵਾਂ ਤੇ ਲੱਗੇ ਪਏ ਹੈ। ਦੇਰ ਸਵੇਰ ਦੇ ਵਿੱਚ ਜਿਹੜਾ ਪੁਰਾਣਾ ਇੱਕ ਹੈ ਸੰਯੁਕਤ ਕਿਸਾਨ ਮੋਰਚਾ, ਉਹ ਫੇਰ ਮੁੜ ਕੇ ਇਕੱਠਾ ਹੋਣਾ। ਔਰ ਇਹਦੇ ਤੇ ਮੈਂ ਇੱਕ ਗੱਲ ਕਹੂੰਗਾ ਕਿ ਇੱਕ ਗਵਰਨਰ ਸਾਹਿਬ ਹੈ ਸਤਿਆਪਾਲ ਮਲਿਕ ਹੈ ਮੇਰਾ ਖਿਆਲ, ਜਿਹੜੇ ਮੇਘਾਲਿਆ ਦੇ ਗਵਰਨਰ, ਉਹ ਬੇਸਿਕਲੀ ਜਿਹੜੇ ਹੈਗੇ ਮੂਲ ਵਸਨੀਕ ਹੈ ਯੂਪੀ ਦੇ ਤੇ ਯੂਪੀ ਦੇ ਵੀ ਉਸ ਬੈਲਟ ਦੇ ਵਸਨੀਕ ਹੈ ਜਿੱਥੇ ਕਿਸਾਨ ਲਹਿਰ ਕਾਫੀ ਤਕੜੀ ਹੈ ਜੀ। ਉਹਨਾਂ ਨੇ ਇੱਕ ਬੜੀ ਵੱਡੀ ਗੱਲ ਕਹੀ ਹੈ। ਉਹ ਕਹਿੰਦੇ ਵੀ MSP ਕਿਉਂ ਨਹੀਂ ਲਾਗੂ ਹੋ ਰਹੀ। ਉਹ ਨੂੰ ਨਹੀਂ ਹੈਗੀ ਤੁਹਾਡੀ ਮੇਵਾਤ ਦੇ ਵਿੱਚ ਉੱਥੇ ਆਏ ਸੀ। ਉੱਥੇ ਆ ਕੇ ਉਹਨਾਂ ਨੇ ਭਾਸ਼ਣ ਕੀਤਾ ਤਾਂ ਆਏ ਤਾਂ ਅਸੀਂ ਸ਼ਾਇਦ ਉਹ ਗਊ ਰੱਖਿਆ ਬਾਰੇ ਕੁਛ ਇਹੋ ਜਿਹਾ ਸੀ, ਗਊਆਂ ਬਾਰੇ ਕੋਈ ਸੰਬੰਧਿਤ ਮਾਮਲਾ ਸੀ। ਉਹ ਕਹਿੰਦੇ ਵੀ ਪਾਣੀਪਤ ਦੇ ਕੋਲੇ ਨਾ ਇੱਕ ਬਹੁਤ ਵੱਡਾ ਸਟੋਰ ਬਣਾਇਆ ਹੋਇਆ ਜਿਹਨੂੰ ਆਪਾਂ ਸੈਲੋ ਪਲਾਂਟ ਕਹਿੰਦੇ ਹੈਗਾ, ਉਹ ਲਾਇਆ ਹੋਇਆ ਕਹਿੰਦੇ ਅਡਾਨੀ ਨੇ। ਅਡਾਨੀ ਕਹਿੰਦਾ ਵੀ ਸਾਰੇ ਜਿਹੜਾ ਉੱਥੇ ਕਿਸਾਨਾਂ ਦਾ ਮਾਲ ਖਰੀਦ ਕੇ ਤੇ ਉਹਦੇ ਵਿੱਚ ਜਮ੍ਹਾਂ ਕਰ ਰਿਹਾ ਤੇ ਜਦੋਂ ਸਸਤੇ ਰੇਟ ਦੇ ਉੱਤੇ ਲਊਗਾ ਤੇ ਅਗਾਂਹ ਜਦੋਂ ਲੋਕਾਂ ਨੂੰ ਲੋੜ ਪਈ ਉਦੋਂ ਮਹਿੰਗੇ ਰੇਟ ਤੇ ਵੇਚੂਗਾ, ਉਹਨੇ ਕਮਾਈ ਕਰਨੀ ਹੈ। ਇਹ ਕਹਿੰਦੇ ਵੀ ਜਿਹੜਾ MSP ਕਿਉਂ ਨਹੀਂ ਮਿਲਦਾ ਕਿਸਾਨਾਂ ਨੂੰ। ਕਹਿੰਦੇ ਵੀ ਪ੍ਰਧਾਨ ਮੰਤਰੀ ਦਾ ਸਭ ਤੋਂ ਕਰੀਬੀ ਦੋਸਤ ਅਡਾਨੀ ਹੈ। ਇਹ ਗਵਰਨਰ ਕਹਿ ਰਿਹਾ ਹੈ। ਇੱਕ ਗਵਰਨਰ ਅਡਵਾਨੀ ਮੋਦੀ ਹੋਰਾਂ ਦਾ ਆਪਦਾ ਲਾਇਆ ਵਾ ਗਵਰਨਰ, ਪ੍ਰਧਾਨ ਮੰਤਰੀ ਦੇ ਮਿੱਤਰ ਦੀ ਵਜ੍ਹਾ ਕਾਰਨ ਕਹਿੰਦਾ MSP ਨਹੀਂ ਮਿਲ ਰਹੀ। ਜੇ MSP ਦੇਤਾ ਤਾਂ ਫਿਰ ਕਹਿੰਦਾ ਜਿਹੜੀ ਵਾਫਰ ਹੈਗੀ ਹੈ ਤੁਹਾਡੀ ਉਹਨਾਂ ਨੂੰ ਕਿੱਥੋਂ ਮਿਲੂਗੀ ਫਸਲ ਜਿਹਨੂੰ ਉਹ ਖਰੀਦਣਗੇ। ਉਹਦਾ ਅੱਗੇ ਹੁਣ ਆਪਾਂ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਜਿਹੜੀ MSP ਹੈ, ਹੁਣ MSP ਮੁਕੰਮਲ ਕਿਉਂ ਨਹੀਂ ਹੈ। MSP ਦੇ ਨਾਲ ਜਿੰਨੀ ਕੁ ਸਰਕਾਰ ਨੂੰ ਲੋੜ ਹੈ, ਚਾਹੇ ਸੂਬਾ ਸਰਕਾਰਾਂ ਨੂੰ ਲੋੜ ਹੈ ਚਾਹੇ ਕੇਂਦਰ ਸਰਕਾਰ ਨੂੰ ਲੋੜ ਹੈ, ਉਹਨਾਂ ਕੁ ਉਹ ਜਿਹੜਾ ਖਰੀਦ ਲੈਂਦੇ। ਖਰੀਦਣ ਤੋਂ ਬਾਅਦ ਉਹ ਇੱਕਦਮ ਕਹਿੰਦੇ ਜੀ ਹੁਣ ਸਰਕਾਰੀ ਖਰੀਦ ਹੋ ਗਈ ਬੰਦ, ਹੁਣ ਦੂਜਿਆਂ ਨੂੰ, ਤੇ ਉਦੋਂ ਬਾਅਦ ਫਿਰ ਲੁੱਟਣ ਦਾ ਮੌਕਾ ਮਿਲ ਗਿਆ। ਉਹ ਲੁੱਟ ਕੇ ਜਿਹੜੇ ਵਪਾਰੀਆਂ ਰਾਹੀਂ ਆੜਤੀਆਂ ਰਾਹੀਂ ਲੁੱਟਣਗੇ, ਲੁੱਟਣ ਤੋਂ ਬਾਅਦ ਫਿਰ ਅਡਾਨੀ ਹੋਰਾਂ ਨੇ ਭਰਤੀ ਕਰਨੇ। ਇਸ ਕਰਕੇ ਲੜਾਈ ਇਹ ਛੋਟੀ ਨਹੀਂ, ਬਹੁਤ ਵੱਡੀ ਗੱਲ ਹੈ। ਔਰ ਮੈਂ ਸਤਿਆਪਾਲ ਮਲਿਕ ਦੇ ਨਾਲ ਸਹਿਮਤ ਹਾਂ। ਉਹਨਾਂ ਨੇ ਕਿਹਾ ਕਿ ਜਿਹੜੀ ਅਗਲੀ ਲੜਾਈ ਹੈ ਨਾ ਕਿਸਾਨੀ ਦੀ, ਇਹ ਲੜਾਈ ਬਹੁਤ ਭਿਆਨਕ ਹੋਊਗੀ। ਇਸ ਲੜਾਈ ਦੇ ਵਿੱਚ ਉਹ ਕਹਿੰਦੇ ਤੁਸੀਂ ਕਿਸਾਨਾਂ ਨੂੰ ਹਰਾ ਨਹੀਂ ਸਕਦੇ। ਤੇ ਨਾਲ ਉਹਨੇ ਮਿਸਾਲ ਦਿੱਤੀ ਹੈ, ਕਹਿੰਦੇ ਕਿਸਾਨਾਂ ਦੇ ਖਿਲਾਫ ਕਿਹੜਾ ਈਡੀ ਵਰਤ ਲਓਗੇ। ਇਹਨਾਂ ਨੂੰ ਕੀ ਕਰਨਾ, ਇਹਨਾਂ ਦੇ ਕੋਲੇ ਕੀ ਹੈ, ਉਹਨਾਂ ਦੇ ਕੋਲ ਤਾਂ ਮਿਹਨਤ ਆਪਦੀ, ਉਹ ਤਾਂ ਮਿਹਨਤ ਕਰਦੇ। ਉਹਨਾਂ ਦੇ ਕਿਹੜਾ ਕਾਰੋਬਾਰ ਹੈ ਵੀ ਜੀ ਫਲਾਣੇ ਦਾ ਕਾਰੋਬਾਰ ਹੈ, ਈਡੀ ਨੇ ਮਾਰ ਲਿਆ ਛਾਪਾ ਚੱਲ ਦੇ ਦਿਓ, ਤੇ ਉਹ ਤਾਂ ਆਪ ਹੀ ਬੈਠੇ ਤਿਆਰ ਵੀ ਲੈ ਕਰ ਲਓ ਜੀ ਸਾਨੂੰ ਅੰਦਰ। ਉਹ ਤਾਂ ਆਪਦਾ ਘਰ-ਬਾਰ ਛੱਡ ਕੇ ਪਹਿਲਾਂ ਵੀ ਦਿੱਲੀ ਬੈਠੇ ਰਹੇ। ਸੋ ਮੇਰਾ ਮੰਨਣਾ ਇਹ ਉਹਨਾਂ ਲੋਕਾਂ ਦੇ ਵਾਸਤੇ ਇੱਕ ਸਬਕ ਹੈ ਜਿਹੜੇ ਕਹਿੰਦੇ ਕਿ ਕਿਸਾਨ ਲਹਿਰ ਖਤਮ ਹੋ ਗਈ। ਖਤਮ ਨਹੀਂ ਹੁੰਦੀ, ਕਿਸਾਨ ਲਹਿਰ ਉਨੀ ਮਜ਼ਬੂਤ ਹੈ। ਇਹ ਠੀਕ ਹੈ ਕਿ ਇਸ ਵੇਲੇ ਥੋੜਾ ਜਿਹਾ ਅਲੱਗ ਹੈ, ਤੇ ਜਦੋਂ ਉਹ ਤੀਲਾ ਜੋੜ ਕੇ ਫਿਰ ਝਾੜੂ ਬਣਦਾ ਨਾ, ਝਾੜੂ ਸਭ ਕੁਝ ਸਾਫ਼ ਕਰ ਦਿੰਦਾ। ਔਰ ਇਹ ਕੋਈ ਹਾਲਾਤਾਂ ਨੇ ਝਾੜੂ ਫਿਰ ਬਣਾ ਦੇਣਾ ਕਿਸਾਨਾਂ ਨੂੰ, ਸਾਰਿਆਂ ਨੂੰ ਇਕੱਠੇ ਕਰ ਦੇਣਾ। ਔਰ ਬਹੁਤ ਵੱਡਾ ਉਹਦੇ ਵਿੱਚ ਉਹਨਾਂ ਨੂੰ ਇੱਕ ਲਹਿਰ ਨਿਕਲੂਗੀ ਜੀ। 24 ਕੈਰਟ ਸੋਨੇ ਦੇ ਗਹਿਣੇ ਖਰੀਦਣੇ ਜੀ, ਭਾਵੇਂ ਉਹ ਕੁੰਦਨ ਦੇ ਹੋਣ ਤਾਂ ਵਾਸ਼ਿੰਗਟਨ ਸਟੇਟ ਦੇ ਵਿੱਚ ਤੁਸੀਂ AC ਜੁਐਲਰਸ ਕੈਂਟ ਸਿਐਟਲ ਦਾ ਨਾਂ ਹਮੇਸ਼ਾ ਯਾਦ ਰੱਖੋ। ਇਹਨਾਂ ਤੋਂ ਤੁਸੀਂ ਆਪਣੀ ਮਨਪਸੰਦ ਦੇ ਗਹਿਣੇ, ਰਿੰਗਸ, ਕੈਂਠਾ, ਜੋੜੀ, ਹੀਰਾ ਜਾਂ ਫਿਰ ਪਿਓਰ ਸੋਨੇ ਦੀ ਜਿਹੜਾ ਬਿਸਕਿਟਸ ਜਾਂ ਫਿਰ ਸਿੱਕੇ ਵੀ ਲੈ ਸਕਦੇ ਹੋ। 25416104 ਐਵੀਨਿਊ ਕੈਂਟ ਦੇ ਵਿੱਚ ਇਹਨਾਂ ਦੀ ਲੋਕੇਸ਼ਨ ਹੈ ਜੀ। ਤੁਸੀਂ ਵਿਜੇ ਨਾਲ ਸੰਪਰਕ ਕਰੋ 8568038877 ਤੇ ਇੱਕ ਵਾਰੀ ਕਾਲ ਜ਼ਰੂਰ ਕਰ ਲਓ। ਪੁੱਛੋ ਵੀ ਭਾਈ ਅਸੀਂ ਪੰਜਾਬ ਨਹੀਂ ਜਾਣਾ, ਤੁਹਾਡੇ ਕੋਲ ਕੀ ਕੁਛ ਪਿਆ, ਤੇ ਸਾਰਾ ਕੁਝ ਤੁਹਾਨੂੰ ਉੱਥੇ ਦੇਣਗੇ। ਸੋ ਬੇਫਿਕਰ ਹੋ ਕੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ। ਦੁਬਈ ਤੋਂ ਪਿਓਰ ਸੋਨੇ ਦੇ ਗਹਿਣੇ ਜਿਹੜੇ ਇੰਪੋਰਟ ਕਰਦੇ ਨੇ ਤੇ ਪਿਓਰ ਸੋਨਾ ਵੀ ਇੰਪੋਰਟ ਕਰਦੇ ਨੇ। ਤੇ ਢਿੱਲੋਂ ਸਾਹਿਬ, ਹੁਣ ਮੈਂ ਹੈਰਾਨ ਹੈ ਜਦੋਂ ਤੁਹਾਡੇ ਤੇ ਕਿਸੇ ਤੇ ਵੀ ਜਦੋਂ ਗੱਲ ਪੈ ਜਾਂਦੀ ਹੈ ਉਦੋਂ ਉਜਾਗਰ ਕਿਉਂ ਕਹਿੰਦਾ ਕਿ ਹਾਂ ਭਾਈ ਮੈਨੂੰ ਤਾਂ ਫਲਾਣੇ ਨੇ ਤਾਂ ਫਸਾਇਆ ਕਿਉਂਕਿ ਮੈਂ ਇਹਨਾਂ ਦੀ ਗੱਲ ਨਹੀਂ ਮੰਨੀ।
ਪਹਿਲਾਂ ਕਿਉਂ ਨਹੀਂ ਕਹਿੰਦਾ ਵੀ ਜਦੋਂ ਪਹਿਲਾਂ ਫੋਨ ਆਉਂਦੇ ਵੀ ਮੈਨੂੰ ਤਾਂ ਅੱਜ ਫੋਨ ਆਇਆ ਸੀਗਾ, ਆਹ ਕਹਿੰਦੇ ਸੀ। ਹੁਣ ਮਨੀਸ਼ ਸਿਸੋਦੀਆ ਦੇ ਉੱਤੇ ਜਦੋਂ ਈਡੀ ਦੀਆਂ ਤੇ CBI ਦੀਆਂ ਰੇਡਾਂ ਪੈ ਗਈਆਂ, ਹੁਣ ਕਿਉਂ ਕਹਿੰਦਾ ਜੀ ਮੈਨੂੰ ਤਾਂ ਭਾਜਪਾ ਨੇ ਆਪ ਨੂੰ ਤੋੜਨ ਲਈ ਕਿਹਾ ਤੇ ਉਹਦੇ ਵਿੱਚ ਬੜਾ ਜਿਹਨੂੰ ਆਪਾਂ ਕਹਿੰਦੇ ਮਲਾਈਦਾਰ ਰੁਤਬਾ ਮਿਲਣ ਦੀ ਗੱਲ ਕਹੀ ਹੈ। ਤੇ ਜਦੋਂ ਫੋਨ ਕੀਤਾ ਸੀ ਉਦੋਂ ਕਿਉਂ ਨਹੀਂ ਬੋਲਿਆ ਫਿਰ? ਦੇਖੋ, ਇੱਕ ਸ਼ਬਦ ਹੈ ਇਵੈਂਟ ਮੈਨੇਜਮੈਂਟ। ਇਵੈਂਟ ਮੈਨੇਜਮੈਂਟ ਦੇ ਵਿੱਚ ਕੇਜਰੀਵਾਲ ਦੇ ਨਾਲ ਦਾ ਬੰਦਾ ਕੋਈ ਨਹੀਂ। ਨਾ, ਬਿਲਕੁਲ ਸਿਆਣੀ ਗੱਲ ਹੈ। ਮੂੰਹ ਤੇ ਸਾਹੀ ਪਿਉਣ ਵੇਲੇ ਵੀ ਅੱਖ ਚੱਲਦੀ ਸੀ। ਹਾਂ, ਉਹ ਐਨ ਪੂਰੇ ਇੱਕ ਤਰੀਕੇ ਦੇ ਨਾਲ, ਬੜੇ ਵਧੀਆ ਤਰੀਕੇ ਦੇ ਨਾਲ ਇਵੈਂਟ ਮੈਨੇਜ ਕਰ ਲੈਂਦੇ। ਹੁਣ ਹੋਇਆ ਇਹ ਕਿ ਈਡੀ ਨੇ ਕੇਸ ਰਜਿਸਟਰ ਕਰਨਾ ਸੀ ਜੀ। ਪਹਿਲੀ ਗੱਲ ਤਾਂ ਤੁਸੀਂ ਇੱਕ ਗੱਲ ਦੇਖੋ, ਅਰਵਿੰਦ ਕੇਜਰੀਵਾਲ ਦੇ ਖਿਲਾਫ ਕੋਈ ਕੇਸ ਨਹੀਂ ਬਣ ਸਕਦਾ ਜੀ, ਕਿਉਂਕਿ ਉਹਨੇ ਆਪਦੇ ਕੋਲ ਪਾਵਰਾਂ ਰੱਖੀਆਂ ਹੀ ਨਹੀਂ। ਉਹਦੇ ਕੋਲੇ ਕੋਈ ਮਹਿਕਮਾ ਹੀ ਹੈ ਨਹੀਂ। ਹਾਂ, ਜਿਹਦੇ ਤੇ ਉਹਨੇ ਫਾਈਲ ਤੇ ਦਸਤਖਤ ਕਰਨੇ, ਫਾਈਲ ਤੇ ਦਸਤਖਤ ਕੋਈ ਨਹੀਂ ਕਰਨੇ। ਉਹ ਮੁੱਖ ਮੰਤਰੀ ਹੈ, ਉਹ ਮੰਤਰੀਆਂ ਦਾ ਮੁੱਖ ਮੰਤਰੀ ਹੈ। ਆਪਣੇ ਇੱਥੇ ਜਿਵੇਂ ਇੱਕ ਥਾਣੇਦਾਰ DSP ਰਿਟਾਇਰ ਹੋ ਗਿਆ ਸੀ, ਜਿਵੇਂ ਉਹਨੇ ਸਾਰੇ ASI ਤੋਂ ਲੈ ਕੇ ਤੇ ਧੁਰ ਤੱਕ ਕਹਿੰਦੇ ਪਰਚੇ ਹੀ ਨਹੀਂ ਦਿੱਤਾ ਸੀ। ਨਾ ਉਹਨੇ ਕਦੇ FIR ਤੇ ਦਸਤਖਤ ਕੀਤੇ ਸੀ, ਹਾਂ, ਨਾ ਉਹਨੇ ਕਦੇ ਕਿਸੇ ਜ਼ਿਮਨੀ ਤੇ ਦਸਤਖਤ ਕੀਤੇ ਸੀ, ਤੇ ਨਾ ਉਹਨੇ ਕਿਸੇ ਚਲਾਨ ਤੇ ਦਸਤਖਤ ਕੀਤੇ ਸੀ। ਕੱਖ ਨਹੀਂ ਕੀਤਾ ਸੀ। ਉਹਦਾ ਬੰਦਾ ਕੋਈ ਕੀ ਕਰ ਲੂਗਾ? ਹਾਂ, ਸੇਮ ਪੋਜੀਸ਼ਨ ਜਿਹੜੀ ਹੈਗੀ ਹੈ ਉਹ ਇਹਨਾਂ ਦੀ ਹੈ। ਹੁਣ ਜੇ ਕੋਈ ਕੰਮ ਕਰਨਾ ਕਿਸੇ ਨੇ, ਕੰਮ ਤਾਂ ਮਨੀਸ਼ ਸਿਸੋਦੀਆ ਕਰੂਗਾ। ਮਨੀਸ਼ ਸਿਸੋਦੀਆ ਕੋਲੇ 2 ਮਹਿਕਮੇ ਜੀ, ਔਰ ਦੋਨੇ ਮਹਿਕਮੇ ਬੜੇ ਵਧੀਆ। ਇੱਕ ਮਹਿਕਮਾ ਐਜੂਕੇਸ਼ਨ ਦਾ, ਬਹੁਤ ਵੱਡੀ ਉਹਦੇ ਚ ਜ਼ਿੰਮੇਵਾਰੀ ਨਿਭਾਉਣੀ ਪੈਣੀ ਜੀ। ਦੂਜਾ ਐਕਸਾਈਜ਼ ਹੈ ਤੇ ਇਹਦਾ ਰੈਵਨਿਊ ਤਾਂ ਆਪਾਂ ਨੂੰ ਪਤਾ ਵੀ ਉੱਥੋਂ ਹੀ ਆਉਣੇ। ਤੇ ਰੈਵਨਿਊ 2 ਕਿਸਮ ਦਾ ਹੁੰਦਾ ਹੈ। ਇੱਕ ਰੈਵਨਿਊ ਹੁੰਦਾ ਉਹ ਹੈ ਜਿਹੜਾ ਮੇਜ਼ ਦੇ ਉੱਪਰ ਦੀ ਹੈ, ਇੱਕ ਮੇਜ਼ ਦੇ ਥੱਲੇ ਦੀ ਹੈ। ਮੇਜ਼ ਦੇ ਥੱਲੇ ਦੀ ਮੈਂ ਬਿਲਕੁਲ ਜਿਹੜਾ ਹੈਗਾ ਮਨੀਸ਼ ਸਿਸੋਦੀਆ ਤੇ ਸ਼ੱਕ ਨਹੀਂ ਕਰਦਾ ਕਿ ਉਹ ਬੰਦਾ ਬੇਈਮਾਨ ਹੈ ਜੀ। ਉਹ ਆਪਦੇ ਘਰ ਵਾਸਤੇ ਮੇਰਾ ਖਿਆਲ ਸ਼ਾਇਦ ਇੱਕ ਨਵਾਂ ਪੈਸਾ ਨਹੀਂ ਲੈ ਕੇ ਜਾਂਦਾ, ਆਪਦੀ ਤਨਖਾਹ ਭੱਤੇ ਤੋਂ ਹੋ ਗਿਆ। ਪਰ ਪਾਰਟੀ ਨੇ ਤਾਂ ਇਲੈਕਸ਼ਨਾਂ ਲੜੀਆਂ ਉਹਦੀਆਂ। ਹਾਂ, ਬਿਲਕੁਲ ਲੜਨੀ। ਤੇ ਉਹਦੇ ਵਾਸਤੇ ਪੈਸਾ ਚਾਹੀਦਾ ਹੁੰਦਾ ਹੈ। ਤੁਸੀਂ ਇਹ ਦੇਖੋ, ਪੰਜਾਬ ਦੇ ਵਿੱਚ ਹੁਣ ਸਰਕਾਰ ਬਣ ਗਈ, ਤੇ ਸਰਕਾਰ ਬਣਨ ਤੋਂ ਪਹਿਲਾਂ ਜੀ ਜਿਹੜੇ ਪੰਜਾਬ ਦੇ ਵਿੱਚ ਰੋਜ਼ ਵੱਡੇ ਵੱਡੇ ਇਸ਼ਤਿਹਾਰ ਆਉਂਦੇ ਹੁੰਦੇ ਸੀ, ਉਹ ਕਿੱਥੋਂ ਆਉਂਦੇ ਸੀ? ਚਲੋ ਤਾਂ ਕਹਿੰਦੇ ਦਿੱਲੀ ਦੀ ਸਰਕਾਰ ਦੇ ਹੋ ਗਏ, ਉਦੋਂ ਰੌਲਾ ਪੈਂਦਾ ਸੀ। ਹੁਣ ਜਿਵੇਂ ਗੁਜਰਾਤ ਦੇ ਵਿੱਚ, ਹਿਮਾਚਲ ਚ, ਪੰਜਾਬ ਦੇ ਜਾਂਦੇ, ਆਪਾਂ ਇੱਥੇ ਰੌਲਾ ਪਾਈ ਜਾਈਏ। ਪਰ ਅਗਲੀ ਗੱਲ, ਜਦੋਂ ਇੱਕ ਮੌਕਾ ਕੇਜਰੀਵਾਲ ਨੂੰ ਪੋਲੀਟੀਕਲ ਕੰਪੇਨ ਚੱਲਦੀ ਸੀ, ਉਹਦਾ ਸਰਕਾਰੀ ਖਜ਼ਾਨੇ ਚੋਂ ਨਹੀਂ ਨਾ ਆਉਂਦਾ ਪੈਸਾ। ਉਹ ਐਡਾ ਵੱਡਾ ਪੈਸਾ, ਕਾਂਗਰਸ ਪਾਰਟੀ ਕਿੰਨੀ ਪੁਰਾਣੀ ਪਾਰਟੀ ਹੈ, 1885 ਦੀ ਬਣੀ ਹੈ, 1920 ਦਾ ਅਕਾਲੀ ਦਲ ਬਣਿਆ ਹੋਇਆ ਹੈ। ਅਕਾਲੀ ਦਲ ਦੀ ਕਮਾਂਡ ਤਾਂ ਇੱਕ ਪਰਿਵਾਰ ਕੋਲੇ ਹੈ। ਪੰਜਾਬ ਦੇ ਵਿੱਚ ਖੇਤਰੀ ਪਾਰਟੀ ਹੈ, ਜਿੰਨਾ ਮਰਜ਼ੀ ਉਹ ਕਰ ਲੈਣ। ਪਰ ਚੋਣ ਪ੍ਰਚਾਰ ਦੇ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਨੰਬਰ 1 ਤੇ ਸੀ, ਤੇ ਖਰਚੇ ਦੇ ਮਾਮਲੇ ਦੇ ਵਿੱਚ ਵੀ ਉਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਅਕਾਲੀ ਦਲ ਤੋਂ ਪਿੱਛੇ ਸੀ। ਉਹ ਪੈਸਾ ਕਿੱਥੋਂ ਆਇਆ? ਕਹਿ ਦਿੰਦੇ ਵੀ ਜੀ ਲੋਕਾਂ ਨੇ ਚੰਦਾ ਦਿੱਤਾ। ਚੰਦਾ ਲੋਕਾਂ ਨੇ ਕਿੰਨਾ ਦਿੱਤਾ? ਚੰਦਾ ਕਿਹਨੂੰ ਦਿੰਦੇ ਆ? ਚੰਦਾ ਉਹਨੂੰ ਦਿੰਦੇ ਆ ਜਿਹਦੀ ਸਰਕਾਰ ਹੁੰਦੀ। ਨਰਿੰਦਰ ਮੋਦੀ ਨੂੰ ਚੰਦਾ ਮਿਲਦਾ ਹੈ, ਇਲੈਕਟਰਲ ਬੌਂਡਾਂ ਦੇ ਰਾਹੀਂ ਉਹਨਾਂ ਕੋਲ ਪੈਸਾ ਆ ਰਿਹਾ। ਇਹਨਾਂ ਕੋਲ ਪੈਸਾ ਕਿੱਥੋਂ ਆ ਗਿਆ ਜੀ? ਉਹ ਇਸ ਕਿਸਮ ਦੀ ਗੱਲਬਾਤ ਹੈ ਕਿ ਉਹ ਕੇਜਰੀਵਾਲ ਇੰਨਾ ਕੁ ਹੁਸ਼ਿਆਰ ਹੈਗਾ ਕਿ ਜੇ ਕੱਲ੍ਹ ਨੂੰ ਕੋਈ ਐਸੀ ਵੈਸੀ ਗੱਲ ਹੋਊਗੀ ਤਾਂ ਇਹਦੇ ਤੇ ਹੁਣ ਤੁਸੀਂ ਇਹ ਦੇਖੋ ਕਿਵੇਂ ਕਿਹਾ ਸੀ ਕਿ ਜੀ ਸਤਿੰਦਰ ਜੈਨ ਫੜ ਲਿਆ। ਇੱਕ ਤਾਂ ਜੀ ਜਿਹੜਾ ਨਾ ਉਹ ਆਪਣਾ ਭਾਰਤ ਰਤਨ ਜ਼ਰੂਰ ਮੰਗਦੇ। ਸਤਿੰਦਰ ਜੈਨ ਫੜ ਲਿਆ, ਕਹਿੰਦੇ ਇਹਨੂੰ ਭਾਰਤ ਰਤਨ ਮਿਲਣਾ ਚਾਹੀਦਾ ਸੀ। ਹੁਣ ਕੇਜਰੀਵਾਲ ਤੇ ਪਰਚਾ ਦਰਜ ਹੋ ਗਿਆ ਗੁਜਰਾਤ ਚ, ਕਹਿੰਦੇ ਆ ਕਿ ਇਹਨੂੰ ਭਾਰਤ ਰਤਨ ਮਿਲਣਾ ਚਾਹੀਦਾ ਸੀ। ਇਹਨੂੰ ਐਜੂਕੇਸ਼ਨ ਤੇ ਕੰਮ ਕੀਤਾ ਕੇਜਰੀਵਾਲ ਨੇ ਤੇ ਸਿਸੋਦੀਆ ਤੇ ਕੇਜਰੀਵਾਲ ਨੇ ਕਿਹਾ ਨਾ ਵੀ ਸਿਸੋਦੀਆ ਨੂੰ ਮਿਲਣਾ ਚਾਹੀਦਾ ਜੀ ਭਾਰਤ ਰਤਨ। ਉਹ ਗੱਲ ਕਹਿਤੀ। ਫਿਰ ਉਹਨਾਂ ਨੇ ਕਿਹਾ ਜਦੋਂ ਸਤਿੰਦਰ ਜੈਨ ਫੜਿਆ ਗਿਆ ਸੀ, ਕਹਿੰਦੇ ਹੁਣ ਮੈਨੂੰ ਪੱਕਾ ਪਤਾ ਹੈ ਵੀ ਇਹ ਤੋਂ ਬਾਅਦ ਜਿਹੜਾ ਹੈਗਾ CBI ਜਾਂ ED ਉਹਨਾਂ ਨੇ ਜੀ ਫੜ ਕੇ ਅੰਦਰ ਬੰਦ ਕਰਨਾ ਹੈ ਸਿਸੋਦੀਆ ਨੂੰ। ਉਹ ਪੁੱਛ ਲਿਆ ਵੀ ਤੁਹਾਨੂੰ ਕੀ ਪਤਾ? ਕਹਿੰਦੇ ਮੈਨੂੰ ਉਹਨਾਂ ਨੇ ਅੰਦਰੋਂ ਦੱਸਤਾ ਸੀ। ਅੱਛਾ, ਅੰਦਰੋਂ ਕਹਿੰਦੇ ਮੈਨੂੰ ਦੱਸਤਾ ਸੀ, ਅੰਦਰੋਂ ਪਤਾ ਲੱਗ ਗਿਆ ਸੀ ਤੁਹਾਡੇ ਸਿਸੋਦੀਆ ਨੂੰ ਅਸੀਂ ਫੜ ਕੇ ਪੇਸ਼ ਕਰਾਂਗੇ। ਸਿਸੋਦੀਆ ਸਾਹਿਬ ਗੱਲ ਕਹਿੰਦੇ ਜੀ ਮੈਨੂੰ ਇਹ ਗੱਲ ਕਹਿੰਦੇ ਆ ਭਾਰਤੀ ਜਨਤਾ ਪਾਰਟੀ ਦਾ ਕਿਸੇ ਬੰਦੇ ਦਾ ਟੈਲੀਫੋਨ ਆਇਆ, ਮੈਨੂੰ ਉਹਨੇ ਕਿਹਾ ਵੀ ਤੂੰ ਐਂ ਕਰ, ਤੂੰ ਆਮ ਆਦਮੀ ਪਾਰਟੀ ਨੂੰ ਤੋੜ ਜੀ, ਕੁਛ MLA ਲਿਆ ਤੋੜ ਕੇ, ਤੈਨੂੰ ਨਾਲੇ ਤਾਂ ਬਣਾ ਦਾਂਗੇ ਮੁੱਖ ਮੰਤਰੀ ਕੇਜਰੀਵਾਲ ਦੀ ਥਾਂ ਤੇ ਨਾਲ ਅਸੀਂ ਭਾਈ ਜਿਹੜੇ ਹੈਗੇ ਆ ਜਿੰਨੇ ਤੇਰੇ ਖਿਲਾਫ ਆ ED ਵਾਲੇ ਮੁਕੱਦਮੇ ਸਾਰਾ ਕੁਝ ਖਤਮ ਕਰ ਦਾਂਗੇ। ਟਰੈਕ ਰਿਕਾਰਡ ਹੈਗਾ ਵੈਸੇ ਭਾਰਤੀ ਜਨਤਾ ਪਾਰਟੀ ਦਾ, ਇਹਦੇ ਤੇ ਆਪਾਂ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦੇ। ਗੱਲ ਠੀਕ ਹੈ, ਉਹਦੀ ਵਾਸ਼ਿੰਗ ਮਸ਼ੀਨ ਤੇ। ਪਰ ਹੁਣ ਜਿੰਨਾ ਕੁ ਹੁਸ਼ਿਆਰ ਕੇਜਰੀਵਾਲ ਆ, ਸਿਸੋਦੀਆ ਵੀ ਉਹ ਤੋਂ ਘੱਟ ਨਹੀਂ। ਸਿਸੋਦੀਆ ਨੇ ਕਹਿੰਦਾ ਮੈਂ ਜਵਾਬ ਦੇਤਾ ਕਿ ਮੈਂ ਮਹਾਰਾਣਾ ਪ੍ਰਤਾਪ ਦਾ ਵਾਰਸ ਹਾਂ, ਉਹਨਾਂ ਦੇ ਵੰਸ਼ ਚੋਂ। ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਮੈਂ ਭ੍ਰਿਸ਼ਟਾਚਾਰੀਆਂ ਦੇ ਖਿਲਾਫ ਜਾਵਾਂ। ਮੈਂ ਜਿਹੜੇ ਇਸ ਤਰ੍ਹਾਂ ਲੋਕ ਕਰਦੇ ਉਹਨਾਂ ਦੇ ਨਾਲ ਤਾਂ ਮੈਂ ਹੱਕ ਜਾਵਾਂ, ਉਹਨਾਂ ਦੇ ਨਾਲ ਤਾਂ ਮੈਂ ਜਾ ਹੀ ਨਹੀਂ ਸਕਦਾ, ਮੈਂ ਤਾਂ ਉਹਨਾਂ ਦੇ ਖਿਲਾਫ ਹਾਂ। ਪੂਰਾ ਠੋਕ ਬਜਾਰ ਕੇ ਕਹਿੰਦਾ ਮੈਨੂੰ ਕਹਿੰਦੇ ਆ ਵੀ ਤੂੰ ਆ ਜਾ, ਮੇਰੇ ਤਾਂ ਸਿਆਸੀ ਗੁਰੂ ਹੈ,
ਕੇਜਰੀਵਾਲ ਸਾਹਿਬ ਮੈਂ ਤਾਂ ਸਿੱਖਿਆ ਹੀ ਸਾਰਾ ਕੁਛ ਹੈ, ਮੈਂ ਤਾਂ ਸਿਆਸਤ ਦੇ ਵਿੱਚ ਇਹ ਲੈ ਕੇ ਆਏ। ਮੈਂ ਨਹੀਂ ਜੀ ਇਹਨਾਂ ਨੂੰ ਛੱਡਦਾ। ਦਾਨੇਵਾਲੀਆ ਸਾਹਿਬ ਜਦੋਂ ਇਹ ਕਹਿਣਾ ਵੀ ਪਾਰਟੀ ਇੱਕ ਮੁੱਠ ਹੈ, ਉਦੋਂ ਸਮਝ ਲਓ ਪਾਰਟੀ ਇੱਕ ਮੁੱਠ ਨਹੀਂ ਹੈ। ਮੇਰੇ ਖਿਆਲ ਮੁਤਾਬਕ ਕੇਜਰੀਵਾਲ ਨੂੰ ਵੀ ਦੱਸੀ ਜਾਂਦਾ ਸਿਸੋਦੀਆ ਵੀ ਹਮ ਵੀ ਹੈ ਸੰਨ ਪੈ ਗਿਆ ਫਿਰ। ਹਾਂ ਇਹ ਜਿਹੜਾ ਦਿੱਲੀ ਚਲਾਈਏ ਮੈਂ ਹੀ ਚਲਾਈਏ, ਤੂੰ ਨਹੀਂ ਚਲਾਈ। ਹਾਂ, ਏਕਨਾਥ ਸ਼ਿੰਦੇ ਵਾਲੀ ਗੱਲ, ਉਹ ਕਹਿੰਦੇ ਆਪਰੇਸ਼ਨ ਲੋਟਸ ਫੇਲ ਹੋ ਗਿਆ। ਦਿੱਲੀ ਦੇ ਵਿੱਚ ਆਪਰੇਸ਼ਨ ਲੋਟਸ ਕਰ, ਵੈਸੇ ਦਿੱਲੀ 'ਚ ਆਪਰੇਸ਼ਨ ਲੋਟਸ ਕਰਨ ਦੀ ਲੋੜ ਨਹੀਂ, ਕਿਉਂਕਿ ਦਿੱਲੀ ਦੇ ਲੋਕ ਬੜੇ ਸਿਆਣੇ ਹੈ। ਉਹ ਫੈਸਲਾ ਜੇ ਸਟੇਟ ਦੇ ਮਾਮਲੇ 'ਚ ਫੈਸਲਾ ਲੈਣਾ ਤਾਂ ਉਹਨਾਂ ਦੀ ਫਸਟ ਚੋਇਸ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਹੈ, ਤੇ ਜਦੋਂ ਨੈਸ਼ਨਲ ਲੈਵਲ ਦੇ ਉੱਤੇ ਫੈਸਲਾ ਲੈਣਾ ਤਾਂ ਫਿਰ ਉਹਨਾਂ ਦੀ ਫਸਟ ਚੋਇਸ ਜਿਹੜੀ ਹੈਗੀ ਉਹ ਬੀਜੇਪੀ ਤੇ ਕੇਜਰੀਵਾਲ ਆਪਣੇ ਨਰਿੰਦਰ ਮੋਦੀ ਹੈ। ਉੱਥੇ ਨਾ ਰਾਹੁਲ ਗਾਂਧੀ ਹੈ ਤੇ ਨਾ ਕੇਜਰੀਵਾਲ ਹੈ। ਉੱਥੇ ਆਪਰੇਸ਼ਨ ਲੋਟਸ ਕਰਨ ਦੀ ਕੀ ਲੋੜ ਹੈ? ਜੇ ਇੱਕ ਵਾਰੀ ਆਪਰੇਸ਼ਨ ਲੋਟਸ ਕਰ ਵੀ ਦੇਣਗੇ, ਕੱਲ ਨੂੰ ਇਲੈਕਸ਼ਨ ਫਿਰ ਹੋਣੀ ਹੈ, ਉੱਥੇ ਲੋਕ ਫਿਰ ਮਾਜਾ ਫੇਰ ਦੇਣਗੇ। ਮਤਲਬ ਮੇਰੇ ਤਾਂ ਖਿਆਲ ਮੁਤਾਬਕ ਇਹ ਹੈ ਕਿ ਅਸੀਂ ਤਿਆਰ ਬੈਠੇ ਹਾਂ ਜੀ, ਕੁਛ ਨਾ ਕੁਛ ਕਰੋ। ਇਹ ਕੁਛ ਨਾ ਕੁਛ ਜਿਹੜਾ ਅੰਦਰ ਉਹਨੂੰ ਟਿੱਬੀ ਲਾਉਣ ਦੀ ਕੋਸ਼ਿਸ਼ ਕਰਦਾ, ਉਹਨੂੰ ਟਿੱਬੀ ਲਾਉਣ ਦੀ ਕੋਸ਼ਿਸ਼ ਕਰਦਾ। ਕੁੱਲ ਮਿਲਾ ਕੇ ਦੇਖੀਏ ਤਾਂ ਇਹ ਇਵੈਂਟ ਮੈਨੇਜਮੈਂਟ ਹੈ, ਸੰਕਟ ਪੈਦਾ ਕਰਨਾ, ਸੰਕਟ ਨੂੰ ਆਪਣੇ ਹੱਕ ਵਿੱਚ ਇਸਤੇਮਾਲ ਕਰਨਾ। ਤੁਸੀਂ ਇਹ ਦੇਖੋ ਕਿ ਉਧਰੋਂ ਕੇਸ ਰਜਿਸਟਰ ਹੋਇਆ ਤੇ ਨਾਲ ਕਹਤਾ ਜੀ ਦੇਖੋ ਜੀ ਕਿ ਜੋ ਆਪਣਾ ਸਿਸੋਦੀਆ ਸਾਹਿਬ ਕਹਿੰਦੇ ਆ ਮੈਂ ਤਾਂ ਦਿੱਲੀ ਬੈਠਾ ਜੀ ਆਪਦੇ ਘਰੇ ਹਾਂ, ਮੈਂ ਤਾਂ ਫਿਰਦਾ ਲੋਕਾਂ ਦੇ, ਦਿੱਲੀ ਦੇ ਲੋਕਾਂ ਦੇ ਵਿੱਚ, ਤੇ ਮੇਰੇ ਖਿਲਾਫ ਇਹਨਾਂ ਨੇ ਲੁੱਕਆਊਟ ਨੋਟਿਸ ਜਾਰੀ ਕਰਤਾ, ਬਣਾਤੀ ਜੀ ਇਵੈਂਟ ਮੈਨੇਜਮੈਂਟ। ਵੇਖੋ ਜੀ ਮੈਨੂੰ ਤਾਂ ਮੈਂ ਆ ਫਿਰਦਾ, ਮੈਨੂੰ ਫੜ ਲੈਣ, ਦੱਸੋ ਮੈਂ ਕਿੱਥੇ ਆਵਾਂ, ਪ੍ਰਧਾਨ ਮੰਤਰੀ ਦੇ ਘਰੇ ਜਾਵਾਂ। ਤੇ ਗਾਹ ਸ਼ਾਮ ਨੂੰ CBI ਵਾਲਿਆਂ ਦਾ ਆ ਗਿਆ, ਉਹ ਕਹਿੰਦੇ ਵੀ ਸਾਨੂੰ ਲੁੱਕਆਊਟ ਨੋਟਿਸ ਜਾਰੀ ਕਰਨ ਦੀ ਲੋੜ ਹੀ ਕੋਈ ਨਹੀਂ, ਅਸੀਂ ਕੀਤਾ ਹੀ ਨਹੀਂ ਇਹਦਾ, ਨਾ ਇਹਦਾ ਕੀਤਾ ਤੇ ਨਾ ਅਸੀਂ ਸਾਬਕਾ ਅਧਿਕਾਰੀਆਂ ਦਾ ਕੀਤਾ। ਕਿਉਂ ਨਹੀਂ ਕੀਤਾ? ਉਹ ਜਿਹੜੇ ਬੰਦੇ ਕਾਨੂੰਨ ਜਾਣਦੇ ਨੇ ਉਹ ਕਹਿੰਦੇ ਜਿਹੜਾ ਬੰਦਾ ਕੈਬਨਿਟ ਮੈਂਬਰ ਹੈ, ਜਿਹੜਾ ਬੰਦਾ ਆਫਿਸਰ ਹੈ, ਉਹਨੂੰ ਬਾਹਰ ਜਾਣ ਵਾਸਤੇ ਸਰਕਾਰ ਤੋਂ ਪ੍ਰਵਾਨਗੀ ਲੈਣੀ ਪੈਂਦੀ। ਉਹਨੂੰ ਪ੍ਰਵਾਨਗੀ ਮਿਲਣੀ ਨਹੀਂ ਗੀ। ਸਾਨੂੰ ਕੀ ਲੋੜ ਆ ਵੀ ਅਸੀਂ ਇਹਦੇ ਤੇ ਕਰੀਏ? ਮਤਲਬ ਇਵੈਂਟ ਮੈਨੇਜਮੈਂਟ ਕਰਨ ਦੀ ਕਿੱਡੀ ਵਧੀਆ ਕੋਸ਼ਿਸ਼ ਕੀਤੀ। ਹੁਣ ਕਹਿੰਦੇ ਜੀ ਇਵੈਂਟ ਮੈਨੇਜਮੈਂਟ ਹੈ ਤਾਂ ਜੀ ਸਾਨੂੰ ਇਹ ਕਹਿੰਦੇ ਵੀ ਆਓ ਤੁਹਾਨੂੰ ਮੁੱਖ ਮੰਤਰੀ ਬਣਾ ਦੇ, ਸਾਡੀ ਪਾਰਟੀ ਤੋੜਨਾ ਚਾਹੁੰਦੇ ਹੈ। ਤੇ ਉੱਥੇ ਜਾ ਕੇ ਕਹਿੰਦੇ ਦੇਖੋ ਜੀ ਪੰਜਾਬ ਦੇ ਵਿੱਚ ਅਸੀਂ ਸਭ ਕੁਝ, ਦਿੱਲੀ ਦੇ ਵਿੱਚ ਅਸੀਂ ਕਹਿੰਦੇ ਸਭ ਨੂੰ ਮੁਫਤ ਬਿਜਲੀ, ਮੁਫਤ ਪਾਣੀ, ਮੁਫਤ ਵਿੱਦਿਆ, ਸਟੈਂਡਰਡ ਦੀ ਸਾਰਾ ਕੁਝ ਕਹਿੰਦੇ ਪੰਜਾਬ 'ਚ ਲਾਗੂ ਕਰਤਾ। ਹੁਣ ਪੰਜਾਬ 'ਚ ਕਿੰਨਾ ਕੁ ਲਾਗੂ ਕੀਤਾ ਤਾਂ ਆਪਾਂ ਪੰਜਾਬ ਵਾਲੇ ਜਾਣਦੇ ਆ ਨਾ। ਬੀਬੀਆਂ ਨੂੰ 1,000 ਰੁਪਈਆ ਦੇਣਾ ਸੀ, ਉਹ ਤਾਂ ਜੀ ਦਿੱਤਾ ਨਹੀਂ ਗਿਆ। ਠੀਕ ਹੈ, ਜਿਹੜੇ ਹੁਣ ਕਹਿੰਦੇ ਜੀ ਬਿਜਲੀ ਮੁਫਤ, ਉਹ ਜਦੋਂ ਬਿਜਲੀ ਹੁਣ ਬਿੱਲ ਆਉਣਗੇ ਉਦੋਂ ਪਤਾ ਲੱਗੂ ਵੀ ਕਿੰਨੇ ਨੂੰ ਮੁਫਤ ਮਿਲਦੀ ਹੈ, ਕਿਹਨੂੰ ਮੁਫਤ ਮਿਲਦੀ ਹੈ, ਕਿੱਥੇ ਕੀ ਹੁੰਦਾ ਹੈ, ਇਹ ਉਦੋਂ ਦੇਖਿਆ ਜਾਊਗਾ। ਪਰ ਇਵੈਂਟ ਮੈਨੇਜਮੈਂਟ ਦੇ ਵਿੱਚ ਕੋਈ ਸਾਨੀ ਨਹੀਂ ਆਮ ਆਦਮੀ ਪਾਰਟੀ ਵਾਲਿਆਂ ਦਾ। ਸੋ ਸ਼ੁਕਰੀਆ ਜੀ ਤੁਹਾਡਾ, ਬਹੁਤ ਬਹੁਤ ਮਿਹਰਬਾਨੀ ਢਿੱਲੋਂ ਸਾਹਿਬ। ਸੋ ਪ੍ਰੋਗਰਾਮ ਸ਼ਮਾਦਾਨ ਇੱਥੇ ਹੀ ਸਮਾਪਤ ਕਰਨ ਦੀ ਤੁਹਾਡੇ ਤੋਂ ਆਗਿਆ ਚਾਹੁੰਦੇ। ਡੀਓ ਪੰਜਾਬ ਟੁਡੇ। ਸ਼ਮਾਦਾਨ